वाहिगुरु जी का खालसा वाहिगुरु जी की फतेह। सत्कारयोग साध संगत जीओ, प्रवचन सरवण करवा रहे सन सत्कारयोग श्रीमान संत बाबा अवतार सिंह जी मौड़ा राड़ा साहिब वाले। आओ सरवण करिए सत्कारयोग श्रीमान संत बाबा चमकौर सिंह जी भाई रूपे वाले। 5-7 मिनट वास्ते ਉਹ ਵੀ ਆਪ ਸਰਬਤ ਸੰਗਤਾਂ ਨੂੰ ਪ੍ਰਵਚਨਾਂ ਰਾਹੀਂ गुरु ਦੇ ਨਾਲ ਜੋੜਨਗੇ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਦਰਸ਼ਨ ਦੇ ਰਹੇ ਹੈ। ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਪਰਮਜੀਤ ਸਿੰਘ ਦੇ ਖੇੜੀ ਮਾਨੀਆਂ ਰਾੜਾ ਸਾਹਿਬ ਵਾਲੇ। ਸਤਿਕਾਰਯੋਗ ਮਾਤਾ ਜਸਪ੍ਰੀਤ ਕੌਰ ਜੀ ਬੁੰਗਾ ਮਾਲਪੁਰ ਵਾਲੇ, ਉਹਨਾਂ ਵੱਲੋਂ ਗੁਰਮੁਖ ਪਿਆਰੇ ਸੇਵਕ ਪਹੁੰਚੇ ਹਨ। ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਜਸਵੀਰ ਸਿੰਘ ਜੀ ਰਾੜਾ ਸਾਹਿਬ ਰਾਹੋਂ ਵਾਲੇ। ਦੁਆਬੇ ਦੀ ਧਰਤੀ ਦੇ ਮਹਾਨ ਵਿਰਕਤ ਮਹਾਤਮਾ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਭੋਲਾ ਦਾਸ ਜੀ ਭਾਰ ਸਿੰਘਪੁਰੇ ਵਾਲੇ। ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਕਸ਼ਮੀਰਾ ਸਿੰਘ ਜੀ, ਸੰਤ ਬਾਬਾ ਜਗਤਾਰ ਸਿੰਘ ਜੀ ਕੋਟ ਮੰਨਣਹਾਣੇ ਵਾਲੇ। ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਹਰਪ੍ਰੀਤ ਸਿੰਘ ਜੀ ਗੋਲੇਵਾਲ ਵਾਲੇ। ਨਿਰਮਲ ਭੇਖ ਭੂਸ਼ਣ विद्या मारतंड वेदांताचार्य श्री महंत पंडित ज्ञानदेव सिंह जी निर्मल पंचायती अखाड़ा कनखल हरदवाल वाले वो विशेष करके पहुंचे है। आओ उन्होंने आने की खुशी विच आपां एक जयकारा छड्डीए, बोले सो निहाल। सतगुरां दी पावन पवित्र हजूरी विच सानू दर्शन देण आ रहे है सत्कारयोग श्रीमान संत बाबा महावीर सिंह जी ताजेवाल वाले। श्रीमान महंत राजा सिंह जी चक बिहिंडल वाले। फगवाड़े तो बालिया ट्रांसपोर्ट वाले सारे गुरमुख प्यारे पहुंचे ने, सारियां दा बहुत बहुत धन्यवाद जी। आओ सरवण करिए सत्कारयोग श्रीमान संत बाबा चमकौर सिंह जी भाई रूपे वाले। 5-7 मिनट वास्ते प्रवचना राही गुरु दे नाल जोड़नगे। सतनाम श्री वाहिगुरु साहिब जी। जिन्ना सास ग्रास न विसरै, हर नामा मन मंत। धन से नानका पूर्ण सोई संत। हर का सेवक हर ही देहा, भेद न जानहो मानस देहा। परम सत्कारयोग सतगुरु साहिब श्री गुरु ग्रंथ साहिब महाराज जी की पावन पवित्र हजूरी दे विच गुरु घर दियां बख्शियां रूहां श्रीमान संत बाबा दलेर सिंह जी महाराज और श्रीमान संत बाबा जगदेव सिंह जी मुन्नी जी महाराज, इन्हां महापुरखां की सालाना याद नूं मनाउंदियां होइयां जुड़ बैठे गुरु प्यार वाले संत महापुरख समूह सत्संगी जनों, बड़ा उद्यम उपराला किया। बहुत सत्कारयोग संत बाबा मक्खन सिंह जिया ने और संत बाबा बलवीर सिंह होरां ने रल के अपने वड्डियां दा दिन मनाउणा कीता है। सो आओ सब तो पहले गुरफतेह की सांझ पाइए। सारे जाने गज के आखो जी वाहिगुरु जी का खालसा वाहिगुरु जी की फतेह। जिन्ना महापुरखां की याद विच असीं जुड़े हैं, किसी समागम से आइए, किसी प्रोग्राम सभा च आइए तो उतो कुछ ना कुछ प्राप्त करके जरूर लेके जाना चाहिए। श्रीमान संत बाबा दलेर सिंह जी जिन्होंने अपनी जिंदगी का पूरा समा नाम बाणी के लड़ लग के बतीत किया, उस महापुरुष को असीं अज याद कर रहे हैं। गुरबाणी विच
ਮਹਾਂਪੁਰਖਾਂ ਬਾਰੇ ਬਹੁਤ ਮਾਣ ਬਖਸ਼ਿਆ, ਜਿਨ੍ਹਾਂ ਮਹਾਂਪੁਰਖਾਂ ਨੇ ਆਪਣੇ ਕੇਪਟ ਭਾਂਡੇ ਨੂੰ ਸਾਫ਼ ਕਰ ਲਿਆ, ਜਿਨ੍ਹਾਂ ਨੇ ਆਪਣਾ ਜੀਵਨ ਆਪ ਸਵਾਰਿਆ। ਮੈਂ ਮਿਲਿਆ ਸੁਖ ਹੋਏ, ਜੇ ਧਾਰਨੀ ਹੋ ਕੇ ਬਤੀਤ ਕਰ ਲਿਆ। ਉਹਨਾਂ ਪ੍ਰਥਾਏ ਗੁਰਬਾਣੀ ਨੇ ਬਹੁਤ ਮਾਣ ਬਖਸ਼ਿਆ। ਜਦੋਂ ਸਾਧੂਆਂ ਮਹਾਂਪੁਰਖਾਂ ਦੀ ਗੱਲ ਕਰਦੇ ਆ ਤਾਂ ਕਿੱਦਾਂ ਦੀ ਗੱਲ ਆਉਂਦੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆ ਜਾਈਏ ਤੇ ਨਾਮ ਜਪਣ ਵਾਲਾ ਵੀ ਇੱਕ ਅਭੇਦ ਰੂਪ ਹੋ ਜਾਂਦਾ। ਜਿਵੇਂ ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਜਿਹਾ। ਉਹਦੇ ਵਿੱਚ ਤੇ ਆਮ ਦੁਨਿਆਵੀ ਸਾਧ ਸੰਗਤ ਜੀ ਜਿਹੜੇ ਸੰਸਾਰ ਤੇ ਜਨਮ ਲੈ ਕੇ ਆਏ ਨੇ, ਸਾਧੂ ਮਹਾਂਪੁਰਖ, ਔਰ ਗੁਰੂ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ, ਇੱਕ ਹੋ ਜਾਂਦੇ ਨੇ। ਐਸੇ ਮਹਾਂਪੁਰਖ ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ, ਗੁਰੂ ਨਾਨਕ ਦੇ ਗਾਡੀ ਰਾਹ ਨੂੰ ਅੱਗੇ ਤੋਰਨ ਵਾਸਤੇ ਦੁਨੀਆ ਤੇ ਆਉਂਦੇ ਨੇ। ਗੁਰੂ ਨਾਨਕ ਸਾਹਿਬ ਦਾ 550 ਸਾਲਾ ਪੁਰਬ ਅਸੀਂ ਸਾਰਿਆਂ ਨੇ ਅਰਧ ਸ਼ਤਾਬਦੀ ਦੇ ਰੂਪ ਵਿੱਚ ਮਨਾਇਆ ਹੈ। ਤੇ ਸਾਨੂੰ ਉੱਥੇ ਕੀ ਸਿੱਖਿਆ ਮਿਲੀ ਹੈ? ਗੁਰੂ ਨਾਨਕ ਸਾਹਿਬ ਮਹਾਰਾਜ ਜੀ 3 ਦਿਨ ਬੇਈ ਨਦੀ ਵਿੱਚ ਰਹੇ ਤੇ ਜਦੋਂ ਪ੍ਰਗਟ ਹੋਏ ਨਾ ਤੇ ਪਾਤਸ਼ਾਹ ਨੇ ਇੱਕ ਨਾਰਾ ਲਾਇਆ, ਜਿਹੜਾ ਸਭ ਤੋਂ ਪਹਿਲੇ ਜਿੱਥੋਂ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਹੁੰਦੀ ਹੈ, ਇੱਕ ਓੰਕਾਰ ਸਤਨਾਮ। ਜੋ ਮੂਲ ਮੰਤਰ ਸਤਿਗੁਰੂ ਜੀ ਲੈ ਕੇ ਆਏ ਤੇ ਸਾਰੀ ਦੁਨੀਆ ਨੂੰ ਇੱਕ ਸੰਦੇਸ਼ ਦਿੱਤਾ। ਅਵਲ ਅਲਹੁ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਉਹ ਮੰਦੇ। ਸਤਿਗੁਰੂ ਸੱਚੇ ਪਾਤਸ਼ਾਹ ਦੇ ਉਸ ਪ੍ਰਚਾਰ ਨੂੰ ਅੱਜ ਭਾਵੇਂ 550 ਸਾਲਾ ਗੁਰੂ ਨਾਨਕ ਸਾਹਿਬ ਨੂੰ ਇਸ ਸੰਸਾਰ ਤੇ ਆਇਆ ਸਰੀਰ ਕਰਕੇ ਹੋ ਗਏ। ਉਸ ਲੜੀ ਨੂੰ ਅੱਗੇ ਤੋੜਨ ਵਾਸਤੇ, ਅੱਗੇ ਚਲਾਉਣ ਵਾਸਤੇ ਵੱਖ-ਵੱਖ ਰੂਪ ਵਿੱਚ ਮਹਾਂਪੁਰਖ ਆਏ, ਜਿਨ੍ਹਾਂ ਨੇ ਗੁਰਮਤਿ ਦੀ ਗੱਲ ਕੀਤੀ, ਗੁਰੂ ਦੀ ਗੱਲ ਕੀਤੀ ਤੇ ਗੁਰੂ ਦੀ ਗੱਲ ਕਰਕੇ ਸੰਸਾਰ ਨੂੰ ਨਾਮ ਬਾਣੀ ਨਾਲ ਜੋੜਿਆ। ਤੇ ਐਸੇ ਮਹਾਂਪੁਰਖਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਨੇ ਬੜਾ ਮਾਣ ਬਖਸ਼ਿਆ, ਬੜਾ ਸਤਿਕਾਰ ਬਖਸ਼ਿਆ। ਕਈ ਲੋਕ ਸਾਧੂਆਂ ਤੇ ਉਂਗਲਾਂ ਚੱਕਣ ਲੱਗੇ ਮਿੰਟ ਮਾਰਦੇ ਨੇ, ਪਰ ਮਹਾਂਪੁਰਖ ਰੱਬ ਦੇ ਪਿਆਰੇ ਸਾਧ ਸੰਗਤ ਦੇ ਨਾਮ ਜਪ ਜਪ ਕੇ, ਜਿਨ੍ਹਾਂ ਨੇ ਆਪਣਾ ਜੀਵਨ ਭਿੰਨੀ ਰਹਿਣੀਏ ਚਮਕਣ ਤਾਰੇ ਜਾਗਾ ਸੰਤ ਜਨਾ ਮੇਰੇ ਰਾਮ ਪਿਆਰੇ, ਸਾਰੀ ਰਾਤ ਬਹਿ ਕੇ ਨਾਮ ਜਪਣਾ, ਗੁਰਮਤਿ ਗਾਡੀ ਰਾਹ ਨੂੰ ਧਾਰਨ ਕਰ ਲੈਣਾ। ਐਸੇ ਮਹਾਂਪੁਰਖਾਂ ਦੀ ਸਾਧ ਸੰਗਤ ਦੀ ਗੱਲ, ਜਿਨ੍ਹਾਂ ਨੇ ਗੁਰੂ ਨੂੰ ਬੰਨ ਲਿਆ ਤੇ ਆਖਰ ਤੇ ਗੁਰੂ ਵੀ ਕਹਿੰਦਾ ਮੇਰੀ ਬੰਦੀ ਭਗਤ ਛਡਾਵੇ, ਬੰਦੀ ਭਗਤ ਨਾ ਛੁੱਟੈ। ਐਸੇ ਮਹਾਂਪੁਰਖਾਂ ਨੂੰ ਨਮਸਕਾਰ। ਮਹਾਂਪੁਰਖ ਬਾਬਾ ਦਲੇਰ ਸਿੰਘ ਜੀ, ਜਿਹੜੇ ਸਹੀਰ ਕਰਕੇ ਸਮਾਤ ਲੋਕ ਤੇ ਆਏ ਤੇ ਗੁਰੂ ਨਾਨਕ ਸਾਹਿਬ ਦੇ ਚਲਾਏ ਪੰਥ ਨੂੰ ਅੱਗੇ ਤੋਰਿਆ, ਜਿਹਨੂੰ ਅਸੀਂ ਨਿਰਮਲ ਪੰਥ ਕਹਿੰਦੇ ਆ। 4 ਚੰਨ ਲਾਏ ਸਾਧ ਸੰਗਤ ਜੀ, ਉਹ ਮਹਾਂਪੁਰਖ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਅੰਗ ਸੰਗ ਰੱਖਿਆ। ਤਾਂ ਮੈਂ ਇੱਕੋ ਗੱਲ ਜ਼ਰੂਰ ਮਹਾਂਪੁਰਖਾਂ ਦੇ ਜੀਵਨ ਤੇ ਕਹਿ ਕੇ ਤੁਹਾਨੂੰ ਜਾਵਾਂਗਾ ਕਿ ਜਿਨ ਕੀ ਜਾਦੇ ਮਨਾਤੇ ਹੋ ਉਨਕੀ ਬਾतें ਵੀ ਸੁਣਿਆ ਕਰੋ। ਜਿਨ੍ਹਾਂ ਦੇ ਦਿਨ ਮਨਾਉਣੇ ਆ, ਜਿਨ੍ਹਾਂ ਦੇ ਦਿਹਾੜੇ ਮਨਾਉਣੇ ਆ, ਸਾਨੂੰ ਇੱਥੋਂ ਜ਼ਰੂਰ ਕੁਛ ਨਾ ਕੁਛ ਲੈ ਕੇ ਜਾਣਾ ਚਾਹੀਦਾ ਹੈ ਕਿ ਅਸੀਂ ਮਹਾਂਪੁਰਖਾਂ ਦਾ ਜੀਵਨ ਕਿੱਦਾਂ ਦਾ ਸੀ। ਉਹਨਾਂ ਨੂੰ ਅੱਜ ਨਮਸਕਾਰਾਂ ਕਿਉਂ ਹੋ ਰਹੀਆਂ ਨੇ, ਲੱਖਾਂ ਲੋਕੀ ਨਮਸਕਾਰਾਂ ਕਿਉਂ ਕਰਦੇ ਨੇ? ਕਿਉਂਕਿ ਉਹਨਾਂ ਨੇ ਆਪਣੇ ਜੀਵਨ ਨੂੰ ਸੱਚ ਦੀ ਟਕਸਾਲ ਵਿੱਚ ਪਾ ਕੇ ਘੜਿਆ ਹੋਇਆ ਸੀ। ਤਾਂ ਥੋੜਾ ਅਸੀਂ ਵੀ ਉਹਨਾਂ ਬਚਨਾਂ ਤੇ ਪਹਿਰਾ ਦਈਏ, ਅੰਮ੍ਰਿਤ ਵੇਲੇ ਉੱਠੀਏ, ਬਾਣੀ ਪੜ੍ਹੀਏ, ਨਾਮ ਜਪੀਏ, ਸੇਵਾ ਤੇ ਸਿਮਰਨ ਦੇ ਧਾਰਨੀ ਹੋਈਏ, ਅੰਮ੍ਰਿਤ ਛਕ ਕੇ ਪੀਵੋ ਪੌਲ ਖੰਡ ਧਾਰ ਹੋਏ, ਜਨਮ ਸਵੇਲਾ ਦੇ ਧਾਰਨੀ ਬਣੀਏ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਅੱਜ ਵੀ ਕਿਤੇ ਗਏ ਨਹੀਂ, ਉਹ ਕਿਸੇ ਨਾ ਕਿਸੇ ਮਹਾਂਪੁਰਖ ਦੇ ਰੂਪ ਵਿੱਚ ਮਿਲ ਜਾਂਦੇ ਨੇ। ਅੱਜ ਵੀ ਕਿਤੇ ਨਹੀਂ ਗਿਆ। ਕਾਲਮ ਪ੍ਰਣਾਸੀ ਦੇ ਆਲਮ ਸਰੂਪੇ ਸਦਾ ਅੰਗ ਸੰਗੇ ਅਭੰਗੰ ਗਪੂਤੇ। ਮੈਂ ਇੱਕ ਗੱਲ ਕਹਿ ਕੇ ਬਸ ਸਮਾਪਤੀ ਕਰਦੇ ਹਾਂ। ਇੱਕ ਕਿਸੇ ਨੂੰ ਸ਼ੰਕਾ ਹੋ ਜਾਏ ਕਿ ਗੁਰੂ ਕਿੱਥੇ ਹੈ, ਗੁਰੂ ਅੱਜ ਵੀ ਤੁਹਾਡੇ ਸਾਹਮਣੇ ਬੈਠੇ ਨੇ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਪਰ ਲੱਭਣ ਦੀ ਲੋੜ ਹੈ। ਅੰਦਰੋਂ ਜਦੋਂ ਸਾਧ ਸੰਗਤ ਜੀ ਆਪਣੇ ਆਪ ਦੀ ਪਛਾਣ ਕਰਾਂਗੇ, ਭਾਈ ਵੀਰ ਸਿੰਘ ਕਹਿੰਦੇ ਬੰਦੇ ਆਪਾਂ ਨੂੰ ਪਛਾਣ, ਜੇ ਤੈਂ ਆਪਣਾ ਆਪ ਪਛਾਤਾ
ਤਾਂ ਸਾਈਂ ਦਾ ਮਿਲਣ ਆਸਾਨ। ਜਦੋਂ ਆਪਣੇ ਆਪ ਨੂੰ ਖੋਜਾਂਗੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ, ਜਿਨ੍ਹਾਂ ਨੇ ਖੋਜ ਲਿਆ ਗੁਰਮੁਖੋ ਉਹ ਰੱਬ ਨੂੰ ਪਾ ਲੈਂਦੇ ਨੇ। ਮੈਂ ਇੱਕ ਮਿੰਟ ਦੀ ਸਮਾਪਤੀ ਕਰ ਦਿੰਦਾ। ਕਲਗੀਧਰ ਪਾਤਸ਼ਾਹ ਦੀ ਗੱਲ ਕਹਿਣ ਲੱਗੇ, ਇੱਕ ਵਾਰੀ ਕੋਈ ਜਦੋਂ ਪਾਕਿਸਤਾਨ ਤੋਂ ਉਜਾੜਾ ਹੋਇਆ ਨਾ, ਕਈ ਸਿੱਖ ਪਰਿਵਾਰ ਉਧਰੋਂ ਇੱਧਰ ਉੱਜੜ ਕੇ ਆਏ ਤੇ ਇੱਧਰੋਂ ਬਹੁਤ ਉੱਜੜ ਕੇ ਉੱਧਰ ਵੀ ਗਏ। ਇੱਕ ਪਰਿਵਾਰ ਭਾਈ ਗੁਰਮੁਖ ਸਿੰਘ ਨਾਮ ਦੇ ਵਿਅਕਤੀ ਦਾ ਸਤ ਸੰਗਤ ਜੋ ਉਧਰੋਂ ਉਜਾੜੇ ਦੇ ਰਾਹੀਂ ਇੱਧਰ ਆਇਆ ਤੇ ਸਤ ਸੰਗਤ ਜੀ ਉਸ ਦਾ ਨੌਜਵਾਨ ਲੜਕਾ ਸੀ, 32-33 ਸਾਲ ਦੀ ਉਮਰ ਸੀ। ਤੇ ਗੁਰਮੁਖ ਪਿਆਰਿਓ, ਇੱਥੇ ਆਣ ਕੇ ਗਰੀਬੀ ਬੜੀ ਹੈ, ਕਿਉਂਕਿ ਇੱਕ ਵਾਰੀ ਜਦੋਂ ਕੋਈ ਘਰ ਨੂੰ ਵਸਾਉਣਾ ਬਹੁਤ ਟਾਈਮ ਲੱਗ ਜਾਂਦਾ ਹੈ। ਜਦੋਂ ਸਤ ਸੰਗਤ ਜੀ ਸਮਾਂ ਐਸਾ ਆਇਆ ਕਿ ਉਹ ਲੜਕਾ ਬਿਮਾਰ ਹੋ ਗਿਆ, ਸਿਰ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ। ਜਦੋਂ ਸਿਰ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ, ਉਹਨੂੰ ਲੁਧਿਆਣੇ ਦੇ ਰਹਿਣ ਵਾਲੇ ਸੀ, DMC CMC ਚੈੱਕਅਪ ਕਰਾਏ, ਡਾਕਟਰਾਂ ਨੇ ਰਹਿ ਦਿੱਤੀ ਦਿੱਲੀ ਲੈ ਜਾਓ। ਸੁਣਨ ਵਾਲੀ ਗੱਲ ਹੈ ਗੁਰਮੁਖੋ, ਦਿੱਲੀ ਤੋਂ ਚੈੱਕਅਪ ਕਰਾਇਆ, ਇਸ ਦਾ ਆਪਰੇਸ਼ਨ ਹੋਏਗਾ, ਪੈਸੇ ਦੀ ਬੜੀ ਲੋੜ ਪਏਗੀ। ਆਂਢ ਗੁਆਂਢ ਲੋਕਾਂ ਨੇ, ਚੰਗੇ ਸਤਿਪੁਰਸ਼ ਹੁੰਦੇ ਨੇ, ਮਾਇਆ ਇਕੱਠੀ ਕਰਕੇ ਦਿੱਤੀ, ਇਹਦਾ ਆਪਰੇਸ਼ਨ ਜ਼ਰੂਰ ਕਰਾਇਆ ਜਾਏ। ਆਪਰੇਸ਼ਨ ਕਰਾਉਣ ਵਾਸਤੇ ਉਸ ਬੱਚੇ ਵੀਰ ਨੂੰ ਲੈ ਗਏ ਨੇ ਦਿੱਲੀ ਤੇ ਸਤ ਸੰਗਤ ਜੀ ਉੱਥੇ ਜਾ ਕੇ ਡਾਕਟਰ ਨੇ ਕਿਹਾ ਇਹਦੇ ਕੇਸ ਕੱਟਣੇ ਪੈਣਗੇ। ਸੁਣਿਓ ਥੋੜਾ ਜਿਹਾ, ਇਹਦੇ ਕੇਸ ਕੱਟਣੇ ਪੈਣਗੇ। ਸਤ ਸੰਗਤ ਜੀ ਗੱਲ ਕਰਕੇ ਡਾਕਟਰ ਤੇ ਚਲਿਆ ਗਿਆ। ਉਹ ਬੱਚਾ ਰੋ ਰਿਹਾ, ਉਹ ਕਹਿਣ ਲੱਗਾ, ਜਦੋਂ ਮੈਂ ਪਾਕਿਸਤਾਨ ਦੀ ਧਰਤੀ ਤੇ ਸਾਂ, ਮੇਰੀ ਮਾਂ ਜਦੋਂ ਮੇਰੇ ਕੇਸ, ਮੈਨੂੰ ਕੇਸੀ ਇਸ਼ਨਾਨ ਕਰਾਉਂਦੀ, ਮੇਰੇ ਕੇਸ ਧੋਂਦੀ, ਉਹ ਕਿਹਾ ਕਰਦੀ ਸੀ, ਪੁੱਤਰਾ ਇਹ ਕਲਗੀਧਰ ਦੀ ਮੋਹਰ ਹੈ, ਇਹ ਕਲਗੀਧਰ ਦੀ ਬਖਸ਼ਿਸ਼ ਹੈ, ਸਾਂਭ ਕੇ ਰੱਖੀ। ਅੱਜ ਮੇਰੇ ਕੇਸ ਕੱਟੇ ਜਾਣਗੇ ਤੇ ਕਿੱਧਰ ਜਾਏਗਾ ਗੁਰੂ। ਸਤ ਸੰਗਤ ਜੀ ਇੰਨੀ ਗੱਲ ਕਹਿਣ ਦੀ ਦੇਰ ਸੀ, ਬਹੁਤ ਰੋਇਆ। ਕਹਿਣ ਲੱਗੇ ਸਤ ਸੰਗਤ ਜੀ, ਰਾਤ ਨੂੰ ਇੱਕ ਨਰਸ ਆਈ, ਉਹ ਕਹਿਣ ਲੱਗੀ, ਪੁੱਤਰਾ ਰੋ ਨਾ, ਤੇਰੇ ਕੇਸ ਨਹੀਂ ਕੱਟੇ ਜਾਣਗੇ, ਤੇਰਾ ਕੋਈ ਆਪਰੇਸ਼ਨ ਨਹੀਂ ਹੋਏਗਾ। ਸਵੇਰੇ ਡਾਕਟਰ ਫਿਰ ਆ ਗਏ, ਡਾਕਟਰਾਂ ਕਹੇ ਦੇ ਕੇਸ ਕੱਟਣੇ ਆ। ਉਹ ਕਹਿਣ ਲੱਗਾ ਜੀ, ਰਾਤ ਨਰਸ ਆਈ ਸੀ, ਉਹ ਕਹਿੰਦੀ ਸੀ ਕੇਸ ਨਹੀਂ ਕੱਟਣੇ, ਆਪਰੇਸ਼ਨ ਨਹੀਂ ਹੋਏਗਾ, ਚੈੱਕਅਪ ਕਰਵਾਓ, ਨਰਸ ਦਾ ਪਤਾ ਕਰਾਓ। ਸੰਤ ਕੌਰ ਨਾਂ ਦੀ ਨਰਸ ਆਈ, ਜਿਹੜੀ ਸਾਡੇ ਹਸਪੀਟਲ ਵਿੱਚ ਹੀ ਹੈ ਨੀ, ਆਖੋ ਸਤਨਾਮ। ਜਦੋਂ ਸਤ ਸੰਗਤ ਜੀ ਚੈੱਕਅਪ ਕਰਾਇਆ, ਬੱਚਾ 9/9 ਹੋ ਗਿਆ, ਕਿਉਂਕਿ ਕਲਗੀਧਰ ਪਾਤਸ਼ਾਹ ਆਪ ਖੜ ਗਏ। ਅੱਜ ਵੀ ਗੁਰਮੁਖੋ ਗੁਰੂ ਕਿਤੇ ਨਹੀਂ ਗਿਆ। ਸਿੱਖ ਦੀ ਭਾਵਨਾ ਵਿੱਚ ਫਰਕ ਪੈ ਸਕਦਾ, ਅਸੀਂ ਭਾਵਨਾ ਬਣਾਈਏ ਮਹਾਂਪੁਰਖਾਂ ਤੇ ਰੱਬ ਰੰਗੀਆਂ ਰੂਹਾਂ ਤੇ, ਜਿਹੜੇ ਸਾਡੇ ਜੀਵਨ ਵਿੱਚ ਸਹਾਈ ਹੋਣਗੇ। ਸਮੇਂ ਦੀ ਸਤ ਸੰਗਤ ਜੀ ਬੜਾ ਸੀਮਤ ਹੈ, ਇੱਥੇ ਮੈਂ ਆਪਣੇ ਵਿਚਾਰਾਂ ਨੂੰ ਸਮਾਪਤ ਕਰਾਂ। ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਕੇਸਰ ਧਾਰੀ ਹੋਵੋ, ਅੰਮ੍ਰਿਤ ਵੇਲੇ ਦੀ ਸੰਭਾਲ ਕਰਿਆ ਕਰੋ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ, ਪ੍ਰਵਚਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਚਮਕੌਰ ਸਿੰਘ ਜੀ ਭਾਈ ਰੂਪੇ ਵਾਲੇ। ਆਓ ਸਰਵਣ ਕਰੀਏ ਸਤਿਕਾਰਯੋਗ ਸ਼੍ਰੀਮਾਨ ਮਹੰਤ ਹਰਕਿਸ਼ਨ ਸਿੰਘ ਜੀ ਸੋਢੀ ਠੱਕਰਵਾਲ ਵਾਲੇ। 5 ਮਿੰਟ ਵਾਸਤੇ ਆਪ ਸਰਬੱਤ ਸੰਗਤਾਂ ਨੂੰ ਪ੍ਰਵਚਨਾਂ ਰਾਹੀਂ ਗੁਰੂ ਦੇ ਨਾਲ ਜੋੜਨਗੇ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਦਰਸ਼ਨ ਦੇ ਰਹੇ ਹੈ। ਨਿਰਮਲ ਕੁਟੀਆ ਮੁੱਢਾਂ ਤੋਂ ਬਾਬਾ ਮੰਗਲ ਸਿੰਘ ਜੀ ਅਤੇ ਕੀਰਤਨੀ ਜਥਾ ਭਾਈ ਬਲਵੀਰ ਸਿੰਘ ਜੀ ਸੰਗਤ ਲੈ ਕੇ ਆਏ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੰਤ ਕੁਲਵੀਰ ਸਿੰਘ ਜੀ ਕੋਮਲ, ਸੰਤ ਤੇਜਾ ਸਿੰਘ ਜੀ ਖਾਲਸਾ, ਸ਼੍ਰੀਮਾਨ ਮਹੰਤ ਰਾਜਾ ਸਿੰਘ ਜੀ ਚੱਕ ਬਿੰਡਲ ਵਾਲੇ। ਅਤੀ ਸਤਿਕਾਰਯੋਗ ਨਿਰਮਲ ਭੇਟ ਦੀ ਮਹਾਨ ਹਸਤੀ ਸਤਿਕਾਰਯੋਗ ਸ਼੍ਰੀਮਾਨ ਮਹੰਤ ਤੇਜਾ ਸਿੰਘ ਜੀ ਡਬਲ MA ਖੁੱਡੇ ਕਰਾਲੇ ਵਾਲੇ। ਸਤਿਕਾਰਯੋਗ ਸ਼੍ਰੀਮਾਨ ਮਹੰਤ ਬਲੌਰ ਸਿੰਘ ਜੀ ਪੰਜ ਗਰਾਈਆਂ ਵਾਲੇ। ਇਲਾਕੇ ਦੀ ਮਹਾਨ ਹਸਤੀ ਭਾਈ ਸਾਹਿਬ ਭਾਈ ਅਪਿੰਦਰ ਸਿੰਘ ਜੀ ਮਾਲਪੁਰ ਵਾਲੇ। ਸਤਿਕਾਰਯੋਗ ਸ਼੍ਰੀਮਾਨ ਮਹੰਤ ਜਸਵੰਤ ਸਿੰਘ ਜੀ ਠੱਕਰਵਾਲ ਵਾਲੇ। ਸਤਿਕਾਰਯੋਗ ਸ਼੍ਰੀਮਾਨ ਮਹੰਤ ਹਰੀ ਓਮ ਜੀ ਮਾਲਪੁਰ ਵਾਲੇ। ਆਓ ਸਰਵਣ ਕਰੀਏ ਸਤਿਕਾਰਯੋਗ ਸ਼੍ਰੀਮਾਨ ਮਹੰਤ ਹਰਕਿਸ਼ਨ ਸਿੰਘ ਜੀ ਸੋਢੀ ਠੱਕਰਵਾਲ ਵਾਲੇ। 5 ਮਿੰਟ ਵਾਸਤੇ ਆਪ ਸਰਬੱਤ ਸੰਗਤਾਂ ਨੂੰ ਪ੍ਰਵਚਨਾਂ ਰਾਹੀਂ ਗੁਰੂ ਦੇ ਨਾਲ ਜੋੜਨਗੇ। ਔਸਰ ਲਜਾ ਰਾਖਿਆ ਸਤਨਾ ਜੰਤੁਰਾ, ਗਿਆਨ ਧਿਆਨ ਕਿਛ ਕਰਮ ਨ ਜਾਣਾ,
नाहि नानक मल करने साध संगत कह अंचल लावा ਵੇਖ ਮਾਨ ਦੀ ਜੈ ਕਰਨੇ। ਜੁਗੋ ਜੁਗ ਅਟਲ ਸ਼ਬਦ ਅਵਤਾਰ ਗੁਰੂ ਕਲਯੁਗ ਦੇ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤ ਸੰਗਤ ਜੀਓ। ਅਤੇ ਸਟੇਜ ਤੇ ਸੁਭਾਏਮਾਨ ਸੰਤ ਮਹਾਪੁਰਸ਼ ਅਤੇ ਸਾਡੇ ਅਤੀ ਸਤਿਕਾਰਯੋਗ ਸ਼੍ਰੀਮਾਨ ਵਿਦਿਆ ਮਾਰਤੰਡ ਨਿਰਮਲ ਭੇਖ ਦੇ ਸ਼੍ਰੀ ਮਹਾਨ ਪੰਡਿਤ ਗਿਆਨਦੇਵ ਸਿੰਘ ਜੀ ਅਤੇ ਨਾਲ ਉਹਨਾਂ ਦੇ ਸਟੇਜ ਤੇ ਸ਼ੋਭਤ ਸੰਤ ਮਹਾਪੁਰਸ਼ਾਂ ਨੂੰ ਕਰਨਾ ਜੇ ਨਮਸਕਾਰ ਕਰਦਾ ਹੋਇਆ ਤੇ ਸੰਗਤ ਨੂੰ ਫਤਿਹ ਬੁਲਾਉਂਦਾ ਹੋਇਆ ਆਓ ਗੱਜ ਵੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਤੋਂ ਪਹਿਲਾਂ ਸਾਰੇ ਮਹਾਪੁਰਸ਼ਾਂ ਨੇ ਆਪੋ ਆਪਣੇ ਕਮਾਏ ਹੋਏ ਪ੍ਰਵਚਨਾਂ ਦੀ ਸਾਂਝ ਆਪ ਜੀ ਨਾਲ ਪਾਈ ਹੈ। ਅੱਜ ਆਪਾਂ ਸਾਰੇ ਹੀ ਉਸ ਮਹਾਨ ਹਸਤੀ ਬ੍ਰਹਮ ਵੇਤਾ ਬ੍ਰਹਮ ਸਰੋਤਰੇ ਬ੍ਰਹਮਲੀਨ ਬ੍ਰਹਮ ਗਿਆਨੀ ਧੰਨ ਧੰਨ 108 ਦੇ ਬਾਬਾ ਦਲੇਰ ਸਿੰਘ ਜੀ ਮਹਾਰਾਜ ਜੀ ਦੇ ਪਵਿੱਤਰ ਸਥਾਨਾਂ ਦੇ ਉੱਪਰ ਜੁੜ ਬੈਠ ਕੇ ਉਹਨਾਂ ਦੀ ਪਵਿੱਤਰ ਯਾਦ ਮਨਾ ਰਹੇ ਆ। ਗੁਰੂ ਖਾਲਸਾ ਜੀ ਸਮਾਂ 5 ਮਿੰਟ ਦਾ ਮਿਲਿਆ। ਦਾਸ ਨੇ ਕੋਈ ਬਹੁਤਾ ਸਮਾਂ ਨਹੀਂ ਲਾਉਣਾ, ਸਿਰਫ ਆਪ ਜੀ ਨਾਲ ਇੱਕੋ ਹੀ ਵਿਚਾਰ ਸਾਂਝਾ ਕਰਨਾ ਕਿ ਅਸੀਂ ਸਟੇਜ ਤੇ ਜਿੰਨੇ ਵੀ ਮਹਾਪੁਰਸ਼ ਬੈਠੇ ਨੇ ਜਾਂ ਇਸ ਤੋਂ ਪਹਿਲਾਂ ਜਿਨ੍ਹਾਂ ਦੀ ਪਵਿੱਤਰ ਯਾਦ ਨਾਲ ਜੁੜ ਬੈਠੇ ਆ, ਦਾਸ ਇੱਕ ਬੇਨਤੀ ਕਰਦਾ ਸਾਰੀ ਸੰਗਤ ਨੂੰ ਪੁੱਛਦਾ ਹੈ ਕੋਈ ਵੀ ਸੰਤ ਮਹਾਪੁਰਸ਼ ਕਿਸੇ ਨੂੰ ਇਹ ਗੱਲ ਆਖਦਾ ਕਿ ਮੈਨੂੰ ਨਮਸਕਾਰ ਕਰੋ, ਮੈਨੂੰ ਮੱਥਾ ਟੇਕੋ? ਨਹੀਂ, ਕੋਈ ਨਹੀਂ ਆਖਦਾ। ਅਸੀਂ ਇਹਨਾਂ ਨੂੰ ਨਮਸਕਾਰ ਕਿਉਂ ਕਰਦੇ ਆ? ਕੀ ਅਸੀਂ ਇਹਨਾਂ ਦੇ ਚੋਲੇ ਨੂੰ ਨਮਸਕਾਰ ਕਰਦੇ ਕਿ ਇਹਨਾਂ ਦੇ ਵਸਤਰਾਂ ਨੂੰ ਨਮਸਕਾਰ ਕਰਦੇ ਆ? ਨਹੀਂ, ਇਹਨਾਂ ਮਹਾਪੁਰਸ਼ਾਂ ਨੂੰ ਸਾਡਾ ਮੱਲੋ ਮੱਲੀ ਸੀਸ ਝੁਕ ਜਾਂਦਾ ਹੈ। ਕਿਉਂ ਝੁਕਦਾ ਹੈ? ਇਹਨਾਂ ਦੇ ਸਰੀਰ ਨੂੰ ਨਹੀਂ ਝੁਕਦਾ, ਇਹਨਾਂ ਦੇ ਵਸਤਰਾਂ ਨੂੰ ਨਹੀਂ ਝੁਕਦਾ। ਜੇ ਸਾਡਾ ਸੀਸ ਝੁਕਦਾ ਤੇ ਇਹਨਾਂ ਦੀ ਨਾਮ ਨੂੰ, ਇਹਨਾਂ ਦੀ ਬੰਦਗੀ ਨੂੰ ਸੀਸ ਝੁਕਦਾ ਹੈ। ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਸਿਮਰਨ ਕੀਤਾ, ਸਾਡਾ ਸੀਸ ਉੱਥੇ ਮੱਲੋ ਮੱਲੀ ਝੁਕ ਜਾਂਦਾ ਹੈ। ਉੱਥੇ ਨਮਸਕਾਰ ਹੁੰਦੀ ਹੈ ਕਿ ਉਹਨਾਂ ਦੀ ਬੰਦਗੀ ਨੂੰ ਹੁੰਦੀ, ਉਹਨਾਂ ਦੇ ਸਿਮਰਨ ਨੂੰ ਹੁੰਦੀ ਹੈ। ਸੁਦਾਸ ਕੋਈ ਬੇਨਤੀ ਕਰਕੇ ਖੇਮਾ ਦਾ ਜਾਜਕ ਹੋਵੇਗਾ। ਇਹ ਸੰਤ ਮਹਾਪੁਰਸ਼ ਸੰਤ ਬਾਬਾ ਦਲੇਰ ਸਿੰਘ ਜੀ ਮਹਾਪੁਰਸ਼ਾਂ ਵਰਗੇ ਇੱਕ ਮਹਾਪੁਰਸ਼ਾਂ ਦੇ ਪਾਸ ਪੜਿਆ ਲਿਖਿਆ ਨੌਜਵਾਨ ਅਪ ਟੂ ਡੇਟ ਗਿਆ। ਉਹਨੇ ਜਾ ਕੇ ਮਹਾਪੁਰਸ਼ਾਂ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਬੈਠ ਗਿਆ। ਮਹਾਪੁਰਸ਼ਾਂ ਨੇ ਪੁੱਛਿਆ, ਕਾਕਾ ਕੀ ਕਰਦਾ ਹੁੰਦਾ? ਨੌਜਵਾਨ ਨੇ ਆਖਿਆ, ਬਾਬਾ ਜੀ BA ਕਰ ਲਈ, MA ਕਰ ਲਈ, ਕੰਮ ਕਾਰ ਕੋਈ ਮਿਲਦਾ ਨਹੀਂ ਤੇ ਵਿਹਲਾ ਰਹਿੰਦਾ। ਮਹਾਪੁਰਸ਼ਾਂ ਨੇ ਆਖਿਆ, ਕਾਕਾ ਨਾਮ ਜਪਿਆ ਕਰ, ਸਿਮਰਨ ਕਰਿਆ ਕਰ, ਬਾਣੀ ਪੜਿਆ ਕਰ। ਨੌਜਵਾਨ ਨੇ ਆਖਿਆ, ਬਾਬਾ ਜੀ ਜੇ ਤੁਸੀਂ ਆਖ ਦਿਓ ਮੈਂ ਨਾਮ ਵੀ ਜਪਾਂਗਾ, ਮੈਂ ਸਿਮਰਨ ਵੀ ਕਰਾਂਗਾ, ਮੈਂ ਬਾਣੀ ਵੀ ਪੜਾਂਗਾ, ਪਰ ਬਾਬਾ ਜੀ ਮੇਰਾ ਇੱਕ ਸਵਾਲ ਹੈ। ਕਾਕਾ ਤੇਰਾ ਕੀ ਸਵਾਲ ਹੈ? ਬਾਬਾ ਜੀ ਜੇ ਮੈਂ ਨਾਮ ਜਪਾਂ, ਮੈਂ ਸਿਮਰਨ ਕਰਾਂ, ਮੈਂ ਬਾਣੀ ਪੜਾਂ, ਮੈਨੂੰ ਮੌਤ ਤਾਂ ਨਹੀਂ ਆਵੇ ਜੀ? ਮੈਂ ਮਰਾਂਗਾ ਤਾਂ ਨਹੀਂ? ਮਹਾਂਪੁਰਸ਼ਾਂ ਨੇ ਆਖਿਆ, ਕਾਕਾ ਤੂੰ ਨਾਮ ਜਪ ਲੈ, ਤੂੰ ਸਿਮਰਨ ਕਰ ਲੈ, ਤੂੰ ਬਾਣੀ ਪੜ ਲੈ, ਪਰ ਤੂੰ ਮੌਤ ਤੋਂ ਨਹੀਂ ਬਚ ਸਕਦਾ, ਮਰੇਗਾ ਜ਼ਰੂਰ। ਪੜਿਆ ਲਿਖਿਆ ਨੌਜਵਾਨ ਸੀ। ਨੌਜਵਾਨ ਨੇ ਆਖਿਆ, ਬਾਬਾ ਜੀ ਮੇਰਾ ਕੀਤਾ ਹੋਇਆ ਸਿਮਰਨ, ਮੇਰਾ ਜਪਿਆ ਹੋਇਆ ਨਾਮ, ਮੇਰੀ ਪੜ੍ਹੀ ਹੋਈ ਬਾਣੀ ਜੇ ਮੈਨੂੰ ਮੌਤ ਤੋਂ ਨਹੀਂ ਬਚਾ ਸਕਦੀ, ਪਰ ਇੱਕ ਦਿਨ ਤੇ ਮਰਨਾ ਹੀ ਹੈ ਬਾਬਾ ਜੀ, ਫਿਰ ਇੰਨਾ ਕੁਝ ਕਿਉਂ ਕਰਾਂ? ਇੱਕ ਦਿਨ ਤੇ ਮਰਨਾ ਹੀ ਹੈ, ਫਿਰ ਇੰਨਾ ਕੁਝ ਕਿਉਂ ਕਰਾਂ? ਮਹਾਂਪੁਰਸ਼ਾਂ ਨੇ ਆਖਿਆ, ਕਾਕਾ ਤੂੰ ਨਾਮ ਜਪ ਲੈ, ਤੂੰ ਸਿਮਰਨ ਕਰ ਲੈ, ਤੂੰ ਬਾਣੀ ਪੜ ਲੈ, ਮਰੇਗਾ ਜ਼ਰੂਰ, ਪਰ ਤੇਰੇ ਮਰਨੇ ਵਿੱਚ ਅੰਤਰ ਹੋਊਗਾ। ਤੇ ਨੌਜਵਾਨ ਨੇ ਆਖਿਆ, ਬਾਬਾ ਜੀ ਮੇਰੇ ਮਰਨੇ ਵਿੱਚ ਅੰਤਰ ਕੀ ਹੋਵੇਗਾ? ਕਾਕਾ ਤੇਰੇ ਮਰਨੇ ਵਿੱਚ ਅੰਤਰ ਇਹ ਹੋਵੇਗਾ ਕਿ ਤੂੰ ਕਦੀ ਬਿੱਲੀ ਵੇਖੀ ਹੈ? ਹਾਂ ਬਾਬਾ ਜੀ ਬਿੱਲੀ ਵੇਖੀ ਹੈ। ਕਹਿੰਦੇ, ਕਾਕਾ ਬਿੱਲੀ ਤਾਂ ਵੇਖੀ ਪਰ ਬਿੱਲੀ ਦੇ ਕੰਮ ਨਹੀਂ ਵੇਖੇ। ਪੁੱਛਣ ਲੱਗਾ, ਬਾਬਾ ਜੀ ਬਿੱਲੀ ਦੇ ਕੰਮ ਕੀ ਨੇ? ਮਹਾਂਪੁਰਸ਼ਾਂ ਨੇ ਆਖਿਆ, ਕਾਕਾ ਬਿੱਲੀ ਜਦੋਂ ਆਪਣੇ ਬੱਚੇ ਦਿੰਦੀ ਹੈ, ਬਿੱਲੀ ਆਪਣੇ ਬੱਚਿਆਂ ਨੂੰ ਆਪਣੇ ਮੂੰਹ ਨਾਲ, ਆਪਣੇ ਦੰਦਾਂ ਨਾਲ ਚੁੱਕ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ, ਦੂਜੀ ਜਗ੍ਹਾ ਤੋਂ ਤੀਜੀ ਜਗ੍ਹਾ, ਤੀਜੀ ਜਗ੍ਹਾ ਤੋਂ ਚੌਥੀ ਜਗ੍ਹਾ, ਇਸੇ ਤਰ੍ਹਾਂ ਉਹ ਚੁੱਕ ਕੇ 7ਵੀਂ ਜਗ੍ਹਾ ਤੇ ਲੈ ਜਾ ਕੇ ਛੱਡ ਦਿੰਦਾ। ਕਾਕਾ
ਬਿੱਲੀ ਜਦੋਂ ਆਪਣੇ ਬੱਚਿਆਂ ਨੂੰ ਆਪਣੇ ਮੂੰਹ ਨਾਲ ਆਪਣੇ ਦੰਦਾਂ ਨਾਲ ਚੁੱਕ ਕੇ ਲੈ ਕੇ ਜਾਂਦੀ ਹੈ, ਆਪਣੇ ਬੱਚਿਆਂ ਦੇ ਝਰੀਟ ਤੱਕ ਨਹੀਂ ਆਉਣ ਦਿੰਦੀ, ਮਾੜੀ ਜਿਹੀ ਵੀ ਚੋਟ ਨਹੀਂ ਆਉਣ ਦਿੰਦੀ। ਕਾਕਾ ਤੂੰ ਨਾਮ ਜਪ ਲੈ, ਤੂੰ ਸਿਮਰਨ ਕਰ ਲੈ, ਤੂੰ ਬਾਣੀ ਪੜ ਲੈ, ਤੇਰੇ ਮਰਨੇ ਵਿੱਚ ਇਹ ਅੰਤਰ ਹੋਊਗਾ ਜਿਵੇਂ ਬਿੱਲੀ ਆਪਣੇ ਬੱਚਿਆਂ ਦੇ ਝਰੀਟ ਤੱਕ ਨਹੀਂ ਆਉਣ ਦਿੰਦੀ, ਉਵੇਂ ਉਹ ਖੁਦਾ, ਉਹ ਰਾਮ, ਉਹ ਅੱਲਾ, ਉਹ ਵਾਹਿਗੁਰੂ ਆਪਣੇ ਭਗਤਾਂ ਨੂੰ, ਆਪਣੇ ਪਿਆਰਿਆਂ ਨੂੰ ਤੇ ਜਮਾ ਤੋਂ ਮਾਰ ਤੋਂ ਬਚਾ ਲੈਂਦਾ, ਫਿਰ ਉਹ ਦੇਵਤਿਆਂ ਨੂੰ ਭੇਜਦਾ ਤੇ ਦੇਵਤੇ ਭਗਵਾਨ ਵਿੱਚ ਉਠਾ ਕੇ ਲੈ ਜਾਂਦੇ। ਕਾਕਾ ਤੇਰੇ ਨਾਮ ਜਪਣ ਦਾ, ਤੇਰੇ ਸਿਮਰਨ ਕਰਨੇ ਦਾ, ਤੇਰੀ ਬਾਣੀ ਪੜ੍ਹਨੇ ਦਾ ਅੰਤਰ ਇਹ ਹੋਵੇਗਾ, ਫਰਕ ਇਹ ਹੋਵੇਗਾ ਕਿ ਤੇਰੇ ਮਰਨੇ ਵਿੱਚ ਅੰਤਰ ਹੋਊਗਾ ਕਿ ਦੇਵਤੇ ਭਗਵਾਨ ਵਿੱਚ ਉਠਾ ਕੇ ਲੈ ਜਾਣਗੇ। ਤੇ ਜਿਹੜੇ ਨਾਮ ਨਹੀਂ ਜਪਦੇ, ਜਿਹੜੇ ਸਿਮਰਨ ਨਹੀਂ ਕਰਦੇ, ਤੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਕਿਉਂ ਮੱਥਨ ਮਧਾਣੀਆਂ ਕਿਉਂ ਮੱਥ ਹੈ ਧਰਮ ਰਾਏ। ਜਿਹੜੇ ਨਾਮ ਜਪ ਕੇ ਜਾਂਦੇ ਨੇ, ਜਿਹੜੇ ਸਿਮਰਨ ਕਰਕੇ ਜਾਂਦੇ ਨੇ, ਉਹਨਾਂ ਦੇ ਵਾਸਤੇ ਪਾਤਸ਼ਾਹ ਜੀ ਨੇ ਕੀ ਫਰਮਾਨ ਕੀਤਾ, ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਜਵੇ ਕੀਤੋ ਭਵਨ ਪ੍ਰੀਤ। ਨਾਮ ਜਪਣੇ ਵਾਲਿਆਂ ਲਈ, ਸਿਮਰਨ ਕਰਨੇ ਵਾਲਿਆਂ ਲਈ ਧਰਮ ਰਾਜ ਵੀ ਸੰਘਾਥਨ ਛੱਡ ਕੇ ਆਦਮ ਦੇ ਸਤਿਕਾਰ ਨਾਲ ਗਲ 'ਚ ਪੱਲਾ ਪਾ ਕੇ ਆਖਦਾ ਕਿ ਅੱਜ ਮੇਰਾ ਵੀ ਗ੍ਰਹਿ ਪਨੀਤ ਹੋ ਗਿਆ। ਜਿੱਥੇ ਕੋਈ ਨਾਮ ਜਪਣੇ ਵਾਲਾ ਆਇਆ, ਜਿੱਥੇ ਕੋਈ ਸਿਮਰਨ ਕਰਨੇ ਵਾਲਾ ਆਇਆ, ਅੱਜ ਇਹ ਠਾਠਾ ਮਾਰਦਾ ਇਕੱਠ ਦੱਸ ਰਿਹਾ ਕਿ ਮਹਾਪੁਰਸ਼ ਸੰਤ ਬਾਬਾ ਦਲੇਰ ਸਿੰਘ ਮਹਾਰਾਜ ਜੀ ਨੇ ਕਿੰਨਾ ਸਿਮਰਨ, ਕਿੰਨੀ ਬੰਦਗੀ ਕੀਤੀ ਹੈ ਕਿ ਉਹਨਾਂ ਦੇ ਜਾਣ ਤੋਂ ਉਪਰੰਤ ਵਿੱਚ ਸੰਗਤਾਂ ਉਸ ਅਸਥਾਨ ਦੇ ਉੱਤੇ ਨਤਮਸਤਕ ਹੋਣ ਵਾਸਤੇ ਆਈਆਂ। ਅਸੀਂ ਇੱਥੋਂ ਕੁਝ ਲਾਹਾ ਲੈ ਕੇ ਜਾਣਾ। ਜਿੰਨੇ ਮਹਾਪੁਰਸ਼ ਬੈਠੇ ਨੇ, ਇਹਨੇ ਸਾਰੇ ਆਪੋ ਆਪਣੇ ਕਮਾਏ ਹੋਏ ਪ੍ਰਵਚਨਾਂ ਦੀ ਸਾਂਝ ਆਪ ਜੀ ਨਾਲ ਪਾਉਣੀ ਹੈ। ਅਸੀਂ ਇੱਥੋਂ ਕੁਝ ਨਾ ਕੁਝ ਪੱਲੇ ਬੰਨ ਕੇ ਲੈ ਜਾਣਾ ਤੇ ਇੱਥੇ ਕੁਝ ਨਾ ਕੁਝ ਛੱਡ ਕੇ ਜਾਣਾ। ਸਾਨੂੰ ਜੋ ਕੁਝ ਦਿੱਤਾ ਮਾਲਕ ਨੇ ਦਿੱਤਾ, ਅਸੀਂ ਇੱਥੋਂ ਮੰਗਣ ਵਾਲੇ ਆ। ਜੋ ਨਹੀਂ ਮਾਲਕ ਨੇ ਦਿੱਤਾ ਉਹ ਛੱਡ ਕੇ ਜਾਣਾ। ਕੀ ਨਹੀਂ ਦਿੱਤਾ? ਝੂਠ, ਹੀਰਾ ਫੇਰੀ, ਬੇਈਮਾਨੀ, ਧੋਖਾ, ਇਹ ਸਾਨੂੰ ਨਹੀਂ ਦਿੱਤਾ ਕਿਸੇ ਨੇ ਵੀ। ਇਹ ਸਾਡਾ ਆਪਣਾ, ਇਹ ਇੱਥੇ ਛੱਡ ਜਾਣਾ। तो इतनी हाजरी प्रवान करदे होया, बेनतियां प्रवान करदे होया भुलां दी खिमा बख्श करनी। आओ गज वज की फतेह बुलाइए जी। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। सत्कारयोग साध संगत जी प्रवचन सरवण करवा रहे सन। सत्कारयोग श्रीमान महंत हरकृष्ण सिंह जी सोढी ठक्करवाल वाले। आओ सरवण करिए। इलाके दे उगे समाज सेवक भाई साहब भाई उपिंदर सिंह जी 2-4 मिनट वास्ते आप सरबत संगतां नूं प्रवचनां राहीं गुरु दे नाल जोड़नगे। भाई साहब भाई उपिंदर सिंह जी सतगुरां दी पावन पवित्र हजूरी विच सानूं दर्शन दे रहे है। इलाके दी महान हस्ती श्री लव कुमार जी गोल्डी, साबका MLA गढ़शंकर। सत्कारयोग श्रीमान महंत सतनाम दास जी खन्नी वाले। सत्कारयोग श्रीमान महंत गुरविंदर सिंह जी हजारे वाले। होर बेअंत महापुरुष पहुंच रहे ने जिन्हां कोलों आपां थोड़ा थोड़ा समा प्रवचन सरवण करने हन। आओ सरवण करिए। सत्कारयोग भाई साहब भाई उपिंदर सिंह जी 2-4 मिनट वास्ते आप सरबत संगतां नूं प्रवचन सरवण करवाउणगे जी। ब्रह्म विद्या ब्रह्म ज्ञान के दाते सतगुरु अवतार साहिब श्री गुरु ग्रंथ साहिब जी की हजूरी विच सज बैठे साध संगत जीओ, वाहिगुरू जी का खालसा, वाहिगुरू जी की फतेह। संत सभा कर आसन बैठे, संत सभा जयकारो। महापुरख की याद विच महापुरख एकत्र होके बैठे है ते साध संगत भी महापुरखों के रूप में महापुरखों की याद नूं, उन्हां दी सिमरती नूं अपने हिरदे विच वसा रही है। ये पल धनता दे योग ने। जिंदगी दे विच अजिहे पल मिल जाने वड्डे भागां दी निशानी हुंदी है। अज सारा कुल संसार सिर्फ यही गल नहीं कि नानक नाम लेवा संगत, पर सारा संसार अज गुरु नानक साहब पातशाह जी का 550वां पुरब मना रहा है।
ਤੇ ਉਹਨਾਂ ਦੀ ਯਾਦ ਵਿੱਚ, ਇਹ ਮਹਾਂਪੁਰਖਾਂ ਦੀ ਯਾਦ ਨੂੰ ਜੋੜ ਕੇ ਅੱਜ ਆਪਾਂ ਇਕੱਤਰ ਹੋਏ ਆ। ਤੇ ਆਪਣਾ ਫਰਜ਼ ਬਣਦਾ ਕਿ ਆਪਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀਆਂ ਜੋ ਸਿੱਖਿਆਵਾਂ ਨੇ ਉਹਨਾਂ ਨੂੰ ਹਿਰਦੇ ਵਿੱਚ ਵਸਾਉਣ ਦਾ ਯਤਨ ਕਰੀਏ। ਅੱਜ ਬੜੀ ਚਰਚਾ ਨੈਟ ਤੇ ਵੀ ਹੁੰਦੀ ਹੈ, ਅਖਬਾਰਾਂ 'ਚ ਵੀ ਆਉਂਦੀ ਹੈ, ਸਾਰਾ ਕੰਮ ਨਾਮ ਦੇ ਉੱਤੇ ਹੀ ਨਿਰਭਰ ਹੈ। ਚਾਹੇ ਉਹ ਚਰਚਾ ਦਾ ਵਿਸ਼ਾ ਬਣਿਆ, ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਇਸ ਗੱਲ ਦਾ ਨਵੇੜਾ 2 ਅੱਖਰਾਂ 'ਚ ਕਰ ਦਿੱਤਾ, ਨਾਨਕ ਕੇ ਘਰ ਕੇਵਲ ਨਾਮ। ਨਾਮ ਤੋਂ ਬਿਨਾ ਮਨੁੱਖ ਦੀ ਜ਼ਿੰਦਗੀ ਦਾ ਆਧਾਰ ਹੀ ਕੋਈ ਨਹੀਂ। ਜੇ ਮਨੁੱਖਾ ਜਨਮ ਦਾ ਲਾਹਾ ਮਿਲਣਾ ਤਾਂ ਉਸ ਅਕਾਲ ਪੁਰਖ ਦੇ ਨਾਮ ਨੂੰ ਜਪਣ ਸਦਕਾ ਹੀ ਮਿਲਣਾ। ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਆਪਣਾ ਫਲਸਫਾ ਇਸ ਸੰਸਾਰ ਦੇ ਸਾਹਮਣੇ ਰੱਖਿਆ, ਉੱਥੇ ਵੀ ਨਾਮ ਦੀ ਗੱਲ ਪਹਿਲਾਂ ਕੀਤੀ ਹੈ। ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ। ਉਹ ਫਲਸਫਾ ਸਿਰਫ ਸਾਡੇ ਸਾਹਮਣੇ ਹੀ ਨਹੀਂ ਰੱਖਿਆ, ਬਚਪਨ ਤੋਂ ਹੀ ਜੇ ਪਿਤਾ ਜੀ ਨੇ ਕਿਰਤ ਵਾਲੇ ਪਾਸੇ ਤੋਰਿਆ, ਪਸ਼ੂ ਚਾਰਨ ਤੋਰਿਆ, ਤੇ ਉਹਨਾਂ ਦੀ ਸਮਾਧੀ ਨਹੀਂ ਟੁੱਟੀ। ਜੇ ਉਜਾੜਾ ਹੋਇਆ ਜ਼ਿਮੀਂਦਾਰ ਦਾ, ਪਰ ਉਹ ਉਸ ਤੋਂ ਵੀ ਵੱਧ ਫਸਲ ਲੈ ਕੇ ਪਰਤਿਆ। ਜੇ ਸਤਿਗੁਰੂ ਨੂੰ ਅੱਗੇ ਵਪਾਰ ਕਰਨ ਦੀ ਨਸੀਹਤ ਕੀਤੀ ਗਈ ਤਾਂ ਵੀ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾਤਾ, ਨਾਮ ਜਪਣ ਵਾਲਿਆਂ ਦਾ ਸਤਿਕਾਰ ਕੀਤਾ। ਤੇ ਜੇ ਮੋਦੀ ਖਾਨੇ ਦੀ ਕਿਰਤ ਮਿਲੀ ਹੈ, ਉੱਥੇ ਵੀ 13 ਤੋਲ ਕੇ ਨਾਮ ਦੀ ਵਡਿਆਈ ਨੂੰ ਪ੍ਰਗਟ ਕੀਤਾ ਹੈ। ਤੇ ਜੇ ਵੇਈ ਨਦੀ ਦੇ ਵਿੱਚ ਗਏ ਨੇ, ਇੱਕੋ ਇੱਕ ਰਹਿਬਰ ਹੈ ਸੰਸਾਰ ਦਾ ਜਿਹੜਾ ਅਕਾਲ ਪੁਰਖ ਦੀ ਦਰਗਾਹ ਵਿੱਚ ਜਾ ਕੇ ਇਸ ਜਾਮੇ ਰਾਹੀਂ ਪਹੁੰਚਿਆ ਹੋਵੇ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ, ਤੇ ਉਥੋਂ ਪਰਤਦਿਆਂ ਹੀ ਉਸ ਅਕਾਲ ਪੁਰਖ ਦੇ ਜਿਹੜੇ ਲੱਛਣ ਸਤਿਗੁਰੂ ਨੇ ਪ੍ਰਗਟ ਕੀਤੇ, ਉਹਦੇ ਗੁਣ ਸਤਿਗੁਰੂ ਨੇ ਪ੍ਰਗਟ ਕੀਤੇ, ਉਹ ਅੱਜ ਤਾਈਂ ਹੋਰ ਕੋਈ ਨਹੀਂ ਕਰ ਸਕਿਆ। ਅਸੀਂ ਵਡਭਾਗੇ ਹਾਂ ਕਿ ਸਾਨੂੰ ਮੂਲ ਮੰਤਰ ਦਾ ਜਾਪ ਜਿਹੜਾ ਅਕਾਲ ਪੁਰਖ ਦੇ ਗੁਣਾਂ ਨੂੰ ਪ੍ਰਗਟ ਕਰਦਾ ਸਤਿਗੁਰੂ ਨੇ ਸਾਡੀ ਝੋਲੀ ਪਾਇਆ। ਤੇ ਵਾਹਿਗੁਰੂ ਮੰਤਰ ਤੇ ਮੂਲ ਮੰਤਰ ਦਾ ਜਾਪ ਸਾਨੂੰ ਦ੍ਰਿੜ ਕਰਨ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪੰਜਾਂ ਤੋਂ ਸਾਨੂੰ ਦੀਖਿਆ ਦਵਾਈ ਹੈ। ਤੇ ਇਹ ਨਾਮ ਦੀ ਦਾਤ ਜਿਹੜੀ ਸਾਨੂੰ ਪੰਜਾਂ ਪਿਆਰਿਆਂ ਤੋਂ ਮਿਲਦੀ ਹੈ, ਉਸ ਨੂੰ ਸੰਭਾਲਣ ਦਾ ਯਤਨ ਕਰੀਏ, ਤਦ ਹੀ ਇਹ 550 ਸਾਲਾ ਪੁਰਬ ਮਨਾਇਆ ਸਫਲ ਹੋਏਗਾ। ਉਹਨੇ ਆਪਾਂ ਮਹਾਂਪੁਰਖਾਂ ਜੀ ਨੂੰ ਯਾਦ ਕਰ ਰਹੇ ਹਾਂ, ਜਿਨ੍ਹਾਂ ਦੀ ਯਾਦ ਵਿੱਚ ਜੁੜੇ ਆ, ਤੇ ਉਹ ਸਾਰੀ ਨਾਮ ਦੀ ਹੀ ਵਡਿਆਈ ਹੈ। ਤੇ ਨਾਮ ਜੇ ਗੁਰਦੁਆਰਾ ਬੇਰ ਸਾਹਿਬ ਦੇ ਅੱਜ ਆਪਾਂ ਦਰਸ਼ਨ ਕਰਨ ਜਾਂਦੇ ਸੁਲਤਾਨਪੁਰ ਲੋਧੀ, ਉਹੀ ਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਅੰਮ੍ਰਿਤ ਵੇਲੇ ਚੌਂਕੜਾ ਲਾ ਕੇ ਬੇਰੀ ਦੇ ਥੱਲੇ, ਵੇਈ ਨਦੀ ਦੇ ਕੰਢੇ ਉਸ ਅਕਾਲ ਪੁਰਖ ਦੀ ਯਾਦ ਵਿੱਚ ਜੁੜਿਆ ਕਰਦੇ ਸੀ। ਤੇ ਆਪਾਂ ਵੀ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰੀਏ, ਸਤਿਗੁਰੂ ਰਹਿਮਤ ਕਰਨ, ਸਾਨੂੰ ਵੀ ਉਹ ਨਾਮ ਦਾ ਕਣਕਾ ਮਿਲ ਜਾਵੇ, ਤਾਂ ਹੀ ਅਸੀਂ ਮਹਾਂਪੁਰਖਾਂ ਦੀ ਯਾਦ ਮਨਾਉਣ ਵਿੱਚ ਸਫਲ ਹੋਵਾਂਗੇ, ਸਤਿਗੁਰੂ ਜੀ ਦੀ ਯਾਦ ਨੂੰ ਮਨਾਉਣ ਵਿੱਚ ਸਫਲ ਹੋਵਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਰਵਣ ਕਰਵਾ ਰਹੇ ਸਨ ਉੱਘੇ ਸਮਾਜ ਸੇਵਕ ਭਾਈ ਸਾਹਿਬ ਭਾਈ ਉਪਿੰਦਰ ਸਿੰਘ ਜੀ, ਇਹਨਾਂ ਦਾ ਅਸਥਾਨ ਵੱਲੋਂ ਬਹੁਤ ਬਹੁਤ ਧੰਨਵਾਦ। ਜੀ ਆਇਆਂ। ਇਹ ਜਿਹੜਾ ਅੱਜ ਦਾ ਮਹਾਨ ਗੁਰਮਤ ਸੰਤ ਸਮਾਗਮ ਹੈ, ਸਾਧ ਸੰਗਤ ਜੀਓ, ਗੁਰਮੁਖ ਪਿਆਰੇ ਮੀਡੀਆ ਲਾਈਵ ਪੰਜਾਬ ਤੇ YouTube ਚੈਨਲ ਤੇ ਇਹ ਸਾਰਾ ਲਾਈਵ ਦਿਖਾ ਰਹੇ ਹਨ। ਆਪ ਸਭ ਮਾਈ ਭਾਈ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਲਾਈਵ ਵੀ ਸਰਵਣ ਕਰ ਸਕਦੇ ਹੋ। ਆਓ ਸਰਵਣ ਕਰੀਏ। ਸਤਿਕਾਰਯੋਗ ਸ਼੍ਰੀਮਾਨ ਮਹੰਤ ਗੁਰਮੀਤ ਸਿੰਘ ਜੀ ਕੋਟਲਾ ਖੋਸਾ ਵਾਲੇ 5 ਮਿੰਟ ਵਾਸਤੇ ਆਪ ਸਰਬਤ ਸੰਗਤਾਂ ਨੂੰ ਪ੍ਰਵਚਨਾਂ ਰਾਹੀਂ ਗੁਰੂ ਦੇ ਨਾਲ ਜੋੜਨਗੇ। ਜਿਸ ਤਰ੍ਹਾਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਸੀ ਕਿ ਜਥੇਦਾਰ ਸਰਦਾਰ ਅਜੀਤ ਸਿੰਘ ਜੀ ਛਿੰਝਰ ਰਾਣੇਵਾਲ ਟੱਪਰੀਆਂ ਇੰਗਲੈਂਡ ਨਿਵਾਸੀ, ਉਹਨਾਂ ਗੁਰਮੁਖ ਪਿਆਰਿਆਂ ਵੱਲੋਂ ਪੰਡਾਲ ਦੇ ਬਾਹਰ, ਜਦੋਂ ਪੰਡਾਲ ਦੇ ਵਿੱਚ ਅਸੀਂ ਇੰਟਰ ਹੁੰਦੇ ਆ, ਉੱਥੇ ਜੂਸ ਦੀ ਮਸ਼ੀਨ ਲਾਈ ਹੈ, ਗੱਡੀ ਖਲੋਤੀ ਹੈ। ਜਿਸ ਕਿਸੇ ਮਾਈ ਭਾਈ ਨੇ ਜੂਸ ਛਕਣਾ ਹੋਵੇ ਉੱਥੇ ਜਾ ਕੇ ਛਕ ਸਕਦੇ ਹੋ। ਬੇਨਤੀ ਪ੍ਰਵਾਨ ਕਰਨੀ ਦੀ। ਇਲਾਕੇ ਦੇ ਉੱਘੇ ਸਮਾਜ ਸੇਵਕ
ਸਰਦਾਰ ਸੋਹਣ ਸਿੰਘ ਜੀ ਠੰਡਲ, ਉਹ ਵੀ ਵਿਸ਼ੇਸ਼ ਕਰਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਰਹੇ ਨੇ। ਆਓ ਸਰਵਣ ਕਰੀਏ ਸਤਿਕਾਰਯੋਗ ਸ਼੍ਰੀਮਾਨ ਮਹੰਤ ਗੁਰਮੀਤ ਸਿੰਘ ਜੀ ਕੋਟਲਾ ਖੋਸਾ ਵਾਲੇ 5 ਮਿੰਟ ਵਾਸਤੇ ਆਪ ਸਰਬਤ ਸੰਗਤਾਂ ਨੂੰ ਪ੍ਰਵਚਨਾਂ ਰਾਹੀਂ ਗੁਰੂ ਦੇ ਨਾਲ ਜੋੜਨਗੇ। ਤਜਰਬੇ ਦੇ ਅਦਾਲਤ ਹੁੰਦੀ ਹੈ। ਤਜਰਬੇ ਦੇ ਬੇਸ ਕਿਸੇ ਨਾ ਕਿਸੇ ਜਗ੍ਹਾ ਤੋਂ ਸ਼ੁਰੂ ਕੀਤੇ ਜਾਂਦੇ ਹਨ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮਿਹਰਬਾਨੀ ਕੀਤੀ। ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ 553 ਸਾਲ ਅਵਤਾਰ ਪੁਰਬ ਸਮੇਂ ਰਾਹੀਂ 12 ਨਵੰਬਰ ਨੂੰ ਜਾ ਚੁੱਕਾ ਹੈ। 51ਵਾਂ ਸ਼ੁਰੂ ਹੋ ਚੁੱਕਾ ਹੈ। ਮੀਨਵਾਇਲ ਸ਼੍ਰੀਮਾਨ ਸੰਤ ਬਾਬਾ ਦਲੇਰ ਸਿੰਘ ਜੀ ਮਹਾਂਪੁਰਖਾਂ ਨੂੰ 20 ਸਾਲ ਹੋ ਗਏ ਹਨ। ਔਰ ਸ਼੍ਰੀਮਾਨ ਸੰਤ ਬਾਬਾ ਗੁਰਦੇਵ ਸਿੰਘ ਜੀ ਮੋਨੀ ਜੀ ਨੂੰ 10 ਸਾਲ ਹੋ ਚੁੱਕੇ ਹਨ। ਸਾਲ ਦਾ ਮਤਲਬ ਸਮਾਂ। ਸਮੇਂ ਦਾ ਮੁੱਢਲਾ ਬੇਸ ਹੈ ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨਾ ਜਾਣਾ। ਸਵਾਸ ਚੱਲ ਰਿਹਾ ਹੈ, ਜੀਵਨ ਚੱਲ ਰਿਹਾ ਹੈ, ਜੀਵਨ ਚੱਲ ਰਿਹਾ, ਮਹਿਸੂਸ ਕਰ ਰਹੇ ਹਾਂ, ਰਿਅਲਾਈਜ਼ ਕਰ ਰਹੇ ਹਾਂ। ਗਿਣਤੀ ਮਿਣਤੀ ਮੈਥਮੈਟਾਈਜੇਸ਼ਨ ਚਾਹੇ ਸਾਇੰਟੀਫਿਕਲੀ ਧਰਮ ਦੀ ਗੱਲ, ਇੱਕ ਚੀਜ਼ ਸੱਚ ਨਜ਼ਰ ਆਉਂਦੀ ਹੈ। ਅਹਿਸਾਸ ਹੈ ਇਨਸਾਨ ਹੈ, ਅਹਿਸਾਸ ਨਹੀਂ ਇਨਸਾਨ ਨਹੀਂ। ਇਨਸਾਨ ਕੋਲ ਅਹਿਸਾਸ ਇਨਸਾਨੀਅਤ ਹੈ, ਮੋਰਲ ਵੈਲਿਊਜ਼ ਦਾ ਹੈ। ਔਰ ਇਹਨਾਂ ਵੈਲਿਊਜ਼ ਨੂੰ ਜਦੋਂ ਜੀਵਨ ਨਾਲ ਜੋੜਾਂਗੇ ਤਾਂ ਇਹੀ ਸਮਾਂ ਸਾਡੇ ਲਈ ਮੁੱਲਵਾਨ ਬਣ ਜਾਂਦਾ ਹੈ, ਕੀਮਤਵਾਨ ਬਣ ਜਾਂਦਾ ਹੈ। ਮੇਰੇ ਤੋਂ ਪਹਿਲੇ ਜਿੰਨੇ ਵਿਚਾਰ ਆਪ ਜੀ ਨੇ ਸੁਣੇ ਤਾਂ ਇਹ ਸਾਡੇ ਬੇਸ ਵਿੱਚ ਜਿੱਥੇ ਰੱਬ ਦੇ ਨਾਮ ਦੀ ਇਬਾਦਤ ਦੀ ਗੱਲ ਹੈ, ਉਸ ਨਾਮ ਨੂੰ ਬੋਲਣ ਵਾਲੀ ਇਸ ਜ਼ੁਬਾਨ ਦੀ ਵੀ ਗੱਲ ਹੈ। ਕਿਉਂਕਿ ਵਰਡ ਅਨਾਉਂਸ ਤਾਂ ਹੀ ਹੋਣਗੇ ਜ਼ੁਬਾਨ ਹੋਏਗੀ। ਇਸ ਜ਼ੁਬਾਨ ਨੂੰ ਬੇਸ ਦੇਣ ਵਾਲੇ ਸਰੀਰ ਦੀ ਵੀ ਗੱਲ ਹੈ। ਇਸ ਸਰੀਰ ਨੂੰ ਬੇਸ ਦੇਣ ਵਾਲੀ ਖੁਰਾਕ ਦੀ ਵੀ ਗੱਲ ਹੈ। ਇਸ ਬੇਸ ਖੁਰਾਕ ਦੇ ਨਾਲ ਇਹਨਾਂ ਦੋਨਾਂ ਦੇ ਵਿੱਚ ਗਿਆਨ ਪ੍ਰਦਾਨ ਕਰਨ ਵਾਲੀ ਵਿਦਿਆ ਦੀ ਵੀ ਗੱਲ ਹੈ। ਤਾਂ ਇੱਕ ਬੇਸ ਤੋਂ ਚੱਲਦੇ ਆ ਬਹੁਤ ਸਾਰੇ ਬੇਸ ਹੋ ਗਏ। ਇਹਨੂੰ ਦਾਰਸ਼ਨਿਕ ਦੁਨੀਆ ਚ ਦ੍ਰਿਸ਼ਟੀ ਸ੍ਰਿਸ਼ਟੀਵਾਦ ਕਿਹਾ ਜਾਂਦਾ ਹੈ ਕਿ ਜਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ। ਤਾਂ ਜਥਾ ਸ੍ਰਿਸ਼ਟੀ ਬਣਾਉਣ ਵਾਸਤੇ ਜਥਾ ਦ੍ਰਿਸ਼ਟੀ ਖੜੀ ਕਰਨੀ ਪਏਗੀ। ਔਰ ਜਥਾ ਦ੍ਰਿਸ਼ਟੀ ਵਾਸਤੇ ਹੀ ਗੁਰੂ ਸਾਹਿਬ ਜੀ ਨੇ ਸਤ ਸੰਗਤ ਸਤਿਗੁਰ ਜਟ ਸਾਲ ਹੈ ਜਿਤ ਹਰ ਗੁਣ ਸਿੱਖਾ। ਜਿੱਥੋਂ ਰੱਬ ਦੇ ਗੁਣ ਸਿੱਖੇ ਜਾਂਦੇ ਨੇ ਤਾਂ ਆਪਣੇ ਬੇਸ ਦਾ ਸਤਿਕਾਰ ਕਰਨਾ ਵਾ। ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਤਾਂ এনवायरमेंट ਪਵਨ ਹੈ, ਹਵਾ ਹੈ ਜਿਹੜੀ ਸਾਨੂੰ ਸਭ ਤੋਂ ਪਹਿਲੀ ਖੁਰਾਕ ਦਿੰਦੀ ਹੈ। ਦੂਸਰਾ ਖੁਰਾਕ ਸਾਡਾ ਪਾਣੀ ਹੈ ਜਿਹਦੇ ਰਾਹੀਂ ਬਾਡੀ ਮੋਟੀਵੇਟ ਹੁੰਦੀ ਹੈ। ਤੀਸਰਾ ਖੁਰਾਕ ਸਾਡੀ ਸਰੀਰ ਦੇ ਲਈ ਡਾਈਟ ਹੈ ਜਿਹੜੀ ਮਾਤਾ ਧਰਤ ਮਹਤ ਦਿੰਦੀ ਹੈ। ਔਰ ਇਹਨਾਂ ਤਿੰਨਾਂ ਦੇ ਸੁਮੇਲ ਚੋਂ ਜੈਸਾ ਅੰਨ ਤੈਸਾ ਮਨ। ਔਰ ਇਸ ਮਨ ਨੂੰ ਜੇ ਕਿਧਰੇ ਆਧਾਰ ਵਿਦਿਆ ਦੀ ਨੌਲੇਜ ਪਰਉਪਕਾਰ ਦਾ ਦਿੰਦੀ ਹੈ ਤਾਂ ਆਹ ਵਾਤਾਵਰਨ ਜਿਸ ਨੂੰ ਸਾਧ ਸੰਗਤ ਕਿਹਾ ਗਿਆ ਇਹ ਦਿੰਦੀ ਹੈ। ਇਸ ਸਾਧ ਸੰਗਤ ਦੇ ਵਾਤਾਵਰਨ ਜਿਹੜੇ ਪ੍ਰੈਕਟਿਸ ਕਰਦੇ ਨੇ, ਸਕਿਲਡ ਪਰਸਨ ਹੁੰਦੇ ਨੇ, ਉਹ ਮਾਨਯਵਰ ਰੂਪ ਵਿੱਚ ਹੋ ਜਾਂਦੇ ਨੇ। ਉਹ 2 ਤੇ 0 ਦੋ ਮਿਲਕਾਰ ਜੋ ਉਪਜੈ ਰਾਮ ਨਾਮ ਸੰਜੋਗ। ਤਾਂ ਦੋਹਾਂ ਦੇ ਵਿੱਚੋਂ ਕਬੀਰ ਸੇਵਾ ਕੋ ਦੋਏ ਪਦੇ ਏਕ ਸੰਤ ਇੱਕ ਰਾਮ। ਔਰ ਇਹ ਜ਼ਿੰਦਗੀ 'ਚ ਉਹਨਾਂ ਕੋਲ ਆਉਂਦੇ ਆ ਜਿਨ੍ਹਾਂ ਨੂੰ ਇੱਕ ਬੇਸ ਦੀ ਸਮਝ ਰਹਿੰਦੀ ਹੈ ਕਿ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਅਗੇ ਲੋਗਾ ਭਰਮ ਨਾ ਭੂਲੋ ਭਾਈ। ਇੱਥੇ ਜਿਹੜਾ ਭਾਈ ਸ਼ਬਦ ਹੈ ਇਹ ਪ੍ਰੇਮ ਦੇ ਇਜ਼ਹਾਰ ਰਾਹੀਂ ਔਗਣਿਆਰੇ ਦੇ ਵਿੱਚ ਵੀ ਗੁਣ ਨਾਨਕ ਹੈ ਦੀ ਇਮੇਜਿਨੇਸ਼ਨ ਦਿੰਦਾ ਹੈ। ਇਹ ਇਸ ਫਰਟੀਲੇਸ਼ਨ ਜਿਹਨੂੰ ਅੱਜ ਪੋਲਿਊਟਡ ਕਰ ਦਿੱਤਾ ਹੈ, ਇਹ 에ਅਰ ਜਿਹਨੂੰ ਪੋਲਿਊਟ ਕਰ ਦਿੱਤਾ ਹੈ, ਇਹ ਵਾਟਰ ਜਿਹਨੂੰ ਪੋਲਿਊਟ ਕਰ ਦਿੱਤਾ ਹੈ, ਇਹਦੇ ਅੰਦਰ ਇੰਪਿਓਰਿਟੀ ਨੂੰ ਪਿਓਰ ਕਰਨ ਦੀ ਸਕਿੱਲ ਦੇਣ ਵਾਲਾ ਹੈ। ਇਹ ਉਹਨੂੰ ਸਮਝ ਆਉਂਦਾ ਹੈ ਜਿਹਨੂੰ ਸਮੇਂ ਦਾ ਮੁੱਲ ਹੁੰਦਾ ਹੈ, ਗੁਰੂ ਦੀ ਸਾਧਨਾ ਦਾ ਮੁੱਲ ਹੁੰਦਾ ਹੈ। ਕਿਉਂਕਿ ਉਹ ਜਾਣਦਾ 0 ਇੱਕ ਹੋਰ ਨੰਬਰ ਕਿ ਜ਼ਿੰਦਗੀ ਹੋਲ ਇਸ ਲਈ ਹੈ ਕਿ ਅਸੀਂ ਅਹਿਸਾਸ ਜੀਂਦੇ ਹਾਂ ਸਮਾਂ ਪੂਰਾ ਹੋ ਗਿਆ ਹੈ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਮਹੰਤ ਗੁਰਮੀਤ ਸਿੰਘ ਜੀ ਕੋਟਲਾ ਖੋਸਾ ਵਾਲੇ
ਮਹਾਂਪੁਰਖ ਸੰਤ ਬਾਬਾ ਮੱਖਣ ਸਿੰਘ ਜੀ, ਸੰਤ ਬਾਬਾ ਬਲਵੀਰ ਸਿੰਘ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੀ। ਹੁਣ ਆਪ ਜੀ ਦੇ ਸਨਮੁਖ ਮਹੰਤ ਰਾਜਾ ਸਿੰਘ ਜੀ ਚਾਂਕ ਬਿੰਡਲ ਵਾਲੇ 5 ਮਿੰਟ ਵਾਸਤੇ ਆਪ ਜੀ ਨੂੰ ਗੁਰੂ ਜੀ ਦੇ ਚਰਨਾਂ ਨਾਲ ਜੋੜਨਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਦੇ ਭੇਸ ਦੇ अंगद अमर राम अर्जुन हर गोबिंद हरि राय कथाय अकथ हरि देश दे हरि कृष्ण जी महान गुंगे गौण गीता ज्ञान तेग तेग बलदान कट्टे पापन के मेस दे राजा वार वार परवार सारा वार कीता शुक्र गुजार बड़ी महिमा दशमेश दे संत का मिलाप तीन ताप को दूर करे संत के प्रताप तप भोग सोग नसदा करते है निहार चाल चले हैं पचंगम की जहाँ पग तरे मेघ मेरदा बरसदा संत का प्रताप आप जान रहे संत जन महिमा है अपार चार वेद नियो दसदा होण हर टाड़े संत मुए को ज्वाले संत संत के निकाले फिर फाही कौन फसदा होण हर टाड़े संत मुए को ज्वाले संत संत के निकाले फिर फाही कौन फसदा। सतगुरां दी पावन पवित्र हजूरी विच जुड़ बैठे सत्संगियों, एक गल हमेशा याद रखनी है, सतगुरां दे चरणों में शरीर की कदे हाजरी नहीं मिलती। मारे कहते ने मन बेच सतगुर के पास तिस सेवक के कारज रस। जे तुसी बड़े प्रेम ते भाव दे नाल जुड़ के सुन रहे हो, सारे जने एकाग्र हो के आखो वाहिगुरू जी का खालसा। हजे किसी दिन आवाज आई, देखो कितने शरीर बैठे हैं, सारे जने आखो वाहिगुरू जी का खालसा। जे तुसी इत्थे आके जागृत अवस्था विच बैठे ना तो फिर ये झोली खाली रह जाती है। तुसी बड़े भागा वाले हो, बड़े सत्कारयोग श्रीमान 108 संत बाबा मक्खण सिंह जी, श्रीमान संत बलवीर सिंह जी के उद्यम प्रसाद अज तुसी महापुरुषों की पुण्य स्मृति अंदर धन श्री गुरु नानक देव जी महाराज के 550 ਨੂੰ ਮੁੱਖ ਰੱਖਦੇ ਹੋਇਆ ਬੀਤੇ ਦਿਨਾਂ ਵਿੱਚ ਆਪਾਂ ਕਿੰਨੇ ਦੁਨੀਆ ਦੇ ਕੋਨੇ-ਕੋਨੇ ਵਿੱਚ ਧਨ श्री गुरु नानक देव जी महाराज ਦੀ ਵਡਿਆਈ ਪ੍ਰਸਤੁਤ ਕੀਤੀ। ਇਹੋ ਜਿਹੇ ਪਲ, ਇਹੋ ਜਿਹੀਆਂ ਘੜੀਆਂ ਬੜੀਆਂ ਹੀ ਭਾਗਾਂ ਤੇ ਕਰਮਾਂ ਨਾਲ ਹੋਈਆਂ ਨੇ। ਬਿਨ ਭਾਗਾਂ ਸਤ ਸੰਗ ਨਾਲ ਲੱਭੈ, ਬਿਨ ਸੰਗਤ ਮੈਲ ਭੀਜੈ ਜਲ। इस करके इस घड़िया बिरथा अजाई नहीं होना चाहिए। आओ सारे जने रोना है, सारे जने ने रल के कहना है कि जेड़ा गुरु दास चंगी तरह याद है, कुंभ के मेले ते अजैन के मेले ते संत बाबा मोहन सिंह जगदेव सिंह जी मोहन जी महाराज के चरणा धूड़दास मिलने की मिली, अपने गल लकड़ी पा के दास उन्होंने कहा कि राजे इस संसार दे विच मजबूत होकर रहना है, संसार बड़ा धोखेबाज है, मूँह ते कुछ है गल्लियां सी चंगियां अचारी बुरियां मनो कुसुदा कालियां बाहर चिटविया। महापुरुषों के बचना विच इन्ना दा महापुरुषों का वचन ही मारे कहते हैं कि भूले मार्ग जिन्हें बताया ऐसा गुर वड भागा पाया। इस करके गुरु हमेशा साडे अंग संग रहिंदा है। बस किते समर्पण करना सानू आ जाए, किते ओदा होना सानू आ जाए, क्योंकि खुदा मंजूर करता है दुआ जब दिल से होती है। मगर मुश्किल तो यह है कि यह मुश्किल से होती है। बस सानू किते अरदास करने आ जाए, किते सानू समर्पण होना आ जाए, फिर देखो कितना झोलियां भरदियां ने। आओ सारे जने दास दे नाल एकाग्र नाल बोलना है। गुर मेरे संग सदा है नाले, सदा है नाले, गुर मेरे संग सारे बोलो सदा है नाले, सदा है नाले,
ਸਿਮਰ ਸਿਮਰ ਤਿਸ ਸਿਮਰ ਸਿਮਰ ਤਿਸ ਸਦਾ ਸਮਾਲੇ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਦਾ ਹੈ ਨਾਲੇ ਹਰ ਕਾ ਨਾਮ हृदय नित ध्यानी संगी साथी सगल तराए संगी साथी सगल तराए गुर मेरा संग सदा है नाले सदा है नाले। इस करके गुरु का संग जिहड़ा करता है सारे संगी साथी सारे तर जल जाते। इस करके मैं आप जी का ये जिहड़ा चुप का दान बख्श के तुसीं आप संग पर बैठे हो ना, इत्थों पता लगता है कि तुहाडे अंदर भाव प्रेम है। ये प्रेम ही आवागमन के चक्कर तो मुक्त कराता है, क्योंकि महाराज कहते हैं साच कहो सुन ले हो सदा जिन प्रेम कियो तिन ही कर पावदास। अंत में यही कहेगा कि तू भला है तो बुरा हो नहीं सकता है, योग है बुरा वही जो तुझको बुरा जानता है। अगर तू ही बुरा है तो सच कहता है, क्यों बुरा कहने से तू बुरा मानता है। वाहिगुरू जी का खालसा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ, ਪ੍ਰਵਚਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਸ਼੍ਰੀਮਾਨ ਮਹੰਤ ਰਾਜਾ ਸਿੰਘ ਜੀ ਚੱਕ ਬਿੰਡਲ ਵਾਲੇ। ਆਓ ਸਰਵਣ ਕਰੀਏ ਸਤਿਕਾਰਯੋਗ ਸ਼੍ਰੀਮਾਨ ਮਹੰਤ ਮਨਜੀਤ ਸਿੰਘ ਜੀ ਹਰਖੋਵਾਲ ਵਾਲੇ। ਉਹ ਵੀ 5-7 ਮਿੰਟ ਵਾਸਤੇ ਆਪ ਸਰਬਤ ਸੰਗਤਾਂ ਨੂੰ ਪ੍ਰਵਚਨਾਂ ਰਾਹੀਂ ਆਸ਼ੀਰਵਾਦ ਰੂਪ ਪ੍ਰਵਚਨ ਸਰਵਣ ਕਰਵਾਉਣਗੇ ਜੀ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਦਰਸ਼ਨ ਦੇ ਰਹੇ ਆ ਸਤਿਕਾਰਯੋਗ ਸ਼੍ਰੀਮਾਨ ਮਹੰਤ ਜਸਵੰਤ ਸਿੰਘ ਜੀ ਮੰਨਣਹਾਣਾ ਵਾਲੇ। ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਦਵਿੰਦਰ ਸਿੰਘ ਜੀ ਸਹਾਪੁਰ ਤਰਨ ਤਾਰਨ ਵਾਲੇ। ਇਲਾਕੇ ਦੇ ਮਹਾਨ ਹਸਤੀ ਡਾਕਟਰ ਰਾਜ ਕੁਮਾਰ ਜੀ ਉਹ ਵੀ ਵਿਸ਼ੇਸ਼ ਕਰਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਰਹੇ ਨੇ। ਉਹਨਾਂ ਦਾ ਵੀ ਅਸਥਾਨ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਆਇਆਂ। ਆਓ ਸਰਵਣ ਕਰੀਏ ਸਤਿਕਾਰਯੋਗ ਸ਼੍ਰੀਮਾਨ ਮਹੰਤ ਮਨਜੀਤ ਸਿੰਘ ਜੀ ਹਰਖੋਵਾਲ ਵਾਲੇ 5-7 ਮਿੰਟ ਵਾਸਤੇ ਆਪ ਸਰਬਤ ਸੰਗਤਾਂ ਨੂੰ ਪ੍ਰਵਚਨਾਂ ਰਾਹੀਂ ਗੁਰੂ ਦੇ ਨਾਲ ਜੋੜਨਗੇ। ਇਹਨਾਂ ਦੇ ਪਵਿੱਤਰ ਚਰਨਾਂ ਵਿੱਚ ਮਹਾਨ ਪੁਰਸ਼ਾਂ ਦੀ ਯਾਦ ਮਨਾਉਣ ਵਾਸਤੇ ਨਿਰਮਲ ਪੇਟ ਭੂਸ਼ਣ श्री मान ईश्वर ज्ञान देव जी महाराज और साधु समाज जितने भी देश के विराजमान हैं सारे के करना के दास में मस्तक रख के नमस्कार प्रवान करो जी। सत्कार जो साध संगत वाहिगुरू जी का खालसा वाहिगुरू जी की फतेह। दास तो पहले बहुत सारे महापुरुषों ने अपने बलिदान पूर्वक बहुत सारे वचन आपने श्रवण कराए हैं। सियाणिया का कथन है 100 हाथ रखा करे के गंढ को नानक के ताकि चारा में हर भजन नहीं छुटकारा। सारे कथा कहानियाँ महात्मा दियाँ सिर्फ सलाह परमेश्वर की सिर्फ सलाह सही खीर से कोई रिजल्ट में कहा है। नाम जपने वाले पुरुषों की महिमा गाई जाती है। नाम जपने वाले पुरुषों का सत्कार है संसार में इतों जागृत जिदा ਵੱਖ-ਵੱਖ शरीर के अंग ने उन्होंने ਵੱਖ-ਵੱਖ शरीरों के अंगों के कैंप लाए हुए हैं। उन्होंने अंगों में जो नुक्स होता है वो नुक्स फिर डॉक्टर दस रहे हैं, ਉਹਨੂੰ दूर करने का यत्न भी करते हैं तो उन्होंने ढंग तरीका दसते परहेज भी दस रहे। इस तरह शरीर का है, शरीर के भोजन छकण के नाल
ਜਿੱਥੇ ਗੁਣ ਪੈਦਾ ਹੁੰਦੇ ਨੇ ਉੱਥੇ ਔਗਣ ਵੀ ਸਰੀਰ ਵਿੱਚ ਪੈਦਾ ਹੋ ਜਾਂਦੇ ਨੇ। ਖਾਣ ਪਾਣ ਵਿੱਚ ਖਰਾਬੀ ਆ ਜਾਵੇ, ਮਰਜ਼ਾਦਾ ਵਿੱਚ ਅੱਗਾ ਪਿੱਛਾ ਹੋ ਜਾਵੇ, ਸੌਣ ਦਾ ਉੱਠਣ ਦਾ ਖਾਣ ਪੀਣ ਦੀ ਮਰਜ਼ਾਦਾ ਭੰਗ ਹੋ ਜਾਵੇ, ਸਰੀਰ ਦੇ ਵਿੱਚ ਉਹ ਤੱਤ ਫਿਰ ਉਹਨਾਂ ਤੱਤਾਂ ਨੂੰ ਜਿਹੜੇ ਤੱਤ ਸਰੀਰ ਨੂੰ ਤਾਕਤਵਰ ਚਾਹੀਦੇ ਸੀ ਕਈ ਵਾਰੀ ਉਹ ਨੁਕਸਾਨ ਕਰ ਜਾਂਦੇ। ਸਰੀਰ ਦੇ ਅੰਦਰ ਇੱਕ ਹੈ ਮਨ, ਉਹ ਮਨ ਹੈ, ਮਨ ਹੋ ਰਿਹਾ ਹੈ, ਸਰੀਰ ਹੋ ਰਿਹਾ ਹੈ। ਕਈ ਵਾਰੀ ਮਨ ਮੰਨਦਾ, ਕਈ ਵਾਰੀ ਸਰੀਰ ਨਹੀਂ ਮੰਨਦਾ, ਮੇਰਾ ਸਰੀਰ ਕਿਹਾ ਨਹੀਂ ਕਰਦਾ। ਮਨ ਤਾਂ ਚਾਹੁੰਦਾ ਪਰ ਸਰੀਰ ਉਹਦਾ ਕਿਹਾ ਨਹੀਂ ਕਰਦਾ। ਇਸੇ ਤਰ੍ਹਾਂ ਜਿੱਦਾਂ ਭੋਜਨ ਖਾਣ ਦੇ ਨਾਲ ਵੱਖ-ਵੱਖ ਤੱਤਾਂ ਦੇ ਲੈਣ ਦੇ ਨਾਲ ਸਰੀਰ ਵਿੱਚ ਪਾਵਰ ਆ ਜਾਂਦੀ ਹੈ, ਗੁਣ ਆ ਜਾਂਦੇ ਹੈ, ਸਰੀਰ ਸੁੰਦਰ ਹੋ ਜਾਂਦਾ ਹੈ, ਰੰਗ ਲਾਲ ਹੋ ਜਾਂਦਾ ਹੈ, ਸਰੀਰ ਵਿੱਚ ਪਾਵਰ ਆ ਜਾਂਦੀ ਹੈ, ਦੌੜਨ ਲੱਗ ਜਾਂਦਾ। ਇਸੇ ਤਰ੍ਹਾਂ ਮਨ ਦੇ ਅੰਦਰ ਵੀ ਗੁਣ ਪੈਦਾ ਹੋ ਜਾਂਦੇ। ਜਦੋਂ ਪ੍ਰਭੂ ਦਾ ਸਿਮਰਨ ਕਰੀਏ ਉਹਦੇ ਨਾਲ ਕੁਝ ਗੁਣ ਪੈਦਾ ਹੋ ਜਾਂਦੇ। ਉਹ ਤੁਸੀਂ ਆਪਾਂ ਸਾਰੇ ਬੈਠੇ ਨੂੰ ਸਾਨ ਸੁਹਾਵਾ ਹੋਇਆ ਜਿੱਥੇ ਸੰਤ ਸਭਾ ਸਾਧੂ ਜਨ ਬੈਠੇ ਹੋਣ, ਉਹ ਜਗ੍ਹਾ ਪਵਿੱਤਰ ਹੁੰਦੀ ਹੈ। ਇੱਥੇ ਇੰਨੀ ਸੰਗਤ ਆਈ ਹੈ ਵਿਚਾਰ ਕਰਨੀ ਕਿ ਸਾਨੂੰ ਕੀ ਕਰਨਾ ਚਾਹੀਦਾ ਸੀ, ਕੀ ਨਹੀਂ ਕਰਨਾ ਚਾਹੀਦਾ ਸੀ। ਕੈਂਪ ਵਿੱਚ ਜਾ ਕੇ ਜੇ ਇੱਕ ਉਪਦੇਸ਼ ਡਾਕਟਰ ਦੂਜੇ ਨੂੰ ਦੱਸਦਾ ਮਰੀਜ਼ ਨੂੰ, ਉਹ ਬਾਕੀਆਂ ਵਾਸਤੇ ਵੀ ਗਿਆਨ ਸਰੋਤ ਹੁੰਦਾ। ਇਹ ਨਹੀਂ ਕਿ ਇਕੱਲਾ ਉਸ ਮਰੀਜ਼ ਦਾ ਹੀ, ਜਿੱਥੇ ਜਿੱਥੇ ਕਿਸੇ ਦੇ ਨੁਕਸਾ ਉਹ ਦੇਖ ਲੈਂਦਾ, ਮੇਰੇ ਇੱਥੇ ਨੁਕਸਾ, ਮੇਰਾ ਵੀ ਉਪਦੇਸ਼ ਇਹ ਹੈ। ਨਾਮ ਜਪਣ ਵਾਲੇ ਗੁਰਮੁਖਾਂ ਵਿੱਚ ਕੁਝ ਗੁਣ ਆ ਜਾਂਦੇ। ਉਹ ਗੁਣ ਜਿੱਦਾਂ ਜਿੱਦਾਂ ਮਨੁੱਖ ਦੇ ਸਰੀਰ ਦੇ ਅੰਦਰ ਤਾਕਤ ਖਾਣ ਦੇ ਨਾਲ ਆ ਜਾਂਦੀ ਹੈ, ਉਹਦੇ ਨਾਲ ਗੁਣ ਵੱਧਦੇ ਚਲੇ ਜਾਂਦੇ ਆ। ਇਸੇ ਤਰ੍ਹਾਂ ਧਾਰਮਿਕ ਪੱਖ ਦੇ ਅੰਦਰ ਵੀ ਮਨੁੱਖ ਦੇ ਅੰਦਰ ਕੁਝ ਗੁਣ ਪੈਦਾ ਹੋ ਜਾਂਦੇ, ਉਹ ਸਾਰਿਆਂ ਦੇ ਅੰਦਰ ਨਹੀਂ ਹੁੰਦੇ। ਸਭ ਤੋਂ ਪਹਿਲਾਂ 16 ਗੁਣ ਦੱਸੇ ਆ ਜਿਹੜੇ ਪਰਮੇਸ਼ਰ ਤੱਕ ਪਹੁੰਚ ਜਾਂਦੇ ਆ, ਜਿਹਨਾਂ ਦੀ ਮੰਜ਼ਿਲ ਮੁੱਕ ਜਾਂਦੀ ਹੈ। ਜਿੱਦਾਂ ਨਦੀ ਨਿਕਲਦੀ ਹੈ ਪਹਾੜਾਂ ਦੇ ਵਿੱਚੋਂ, ਨਿਕਲਦੀ ਹੈ ਤੇ ਨਿਕਲ ਕੇ ਸਮੁੰਦਰ ਤੱਕ ਪਹੁੰਚਣ ਦਾ ਸਮਾਂ ਲੱਗ ਜਾਂਦਾ। ਕਈ ਰਸਤੇ ਵਿੱਚ ਉਹਨੂੰ ਰੁਕਾਵਟਾਂ ਆਉਂਦੀਆਂ ਨੇ, ਘੁੰਮਣ ਫੇਰੀ ਰਹਿੰਦੀ ਹੈ, ਉਹਦੇ ਵਿੱਚੋਂ ਬੜੀ ਮੁਸ਼ਕਿਲ ਨਾਲ ਉਹ ਤੁਰਦੀ ਰਹਿੰਦੀ ਹੈ ਦਿਨ ਰਾਤ, ਪਰ ਤੁਰਦਿਆਂ ਉਹਦੇ ਪਹੁੰਚਣ ਵਿੱਚ ਸਮਾਂ ਲੱਗਦਾ। ਇਸੇ ਤਰ੍ਹਾਂ ਮਨੁੱਖ ਨੂੰ ਪਰਮੇਸ਼ਰ ਤੱਕ ਪਹੁੰਚਣ ਕਰਦੇ ਉਹਦੇ ਬਾਰੇ ਗੁਣ ਪੈਦਾ ਕਰਨ ਵਾਸਤੇ ਸਮਾਂ ਲੱਗ ਜਾਂਦਾ। ਉਹ 16 ਗੁਣ ਦੱਸੇ ਆ ਗੁਰੂ ਤੇਗ ਬਹਾਦਰ ਸਾਹਿਬ ਨੇ, ਜੋ ਨਾਲ ਦੁੱਖ ਨਹੀਂ ਮੰਨਦਾ। ਜਿਹੜਾ ਸਿਮਰਨ ਕਰਦਾ ਸਭ ਤੋਂ ਵੱਡਾ ਉਹਦੇ ਗੁਣ ਅੰਦਰ ਇੱਕ ਪ੍ਰਵੇਸ਼ ਕਰ ਜਾਂਦਾ, ਉਹ ਦੁੱਖ ਦੀ ਪਰਵਾਹ ਨਹੀਂ ਕਰਦਾ। ਭਾਵੇਂ ਆਰੀ ਚੱਲ ਜਾਵੇ, ਭਾਵੇਂ ਉਹ ਦੇਗ ਵਿੱਚ ਬਾਲ ਦਿੱਤਾ ਜਾਵੇ, ਇਹ ਆਮ ਬੰਦਿਆਂ ਵਿੱਚ ਨਹੀਂ ਹੁੰਦਾ, ਉਹਨਾਂ ਵਿੱਚ ਹੀ ਹੁੰਦਾ ਹੈ। ਸੁੱਖ ਸੁਨੇਹਾ ਪੈ ਨਹੀਂ ਜਾਂਦਾ, ਸੁੱਖਾਂ ਨਾਲ ਉਹ ਪ੍ਰੇਮ ਨਹੀਂ ਕਰਦਾ। ਬਸਦਾ ਤਪੀ ਝੌਂਪੜੀ ਤੀਰ ਸਭ ਸਿੰਘ, ਸੁੱਖ ਉਹਦੇ ਗਿਰਦ ਗਿਰਦ ਵੀ ਹੁਣ ਰਾਜਾ ਜਨਕ ਜੀ ਰਹੇ ਨੇ ਸੁੱਖਾਂ ਵਿੱਚ। ਗੁਰਮੁਖ ਮਾਇਆ ਵਿੱਚ ਉਦਾਸ ਰਹੇ, ਸੁੱਖ ਸੁਨੇਹਾ ਪੈ ਨਹੀਂ, ਉਹਨੂੰ ਪੈ ਨਹੀਂ ਕਿਸੇ ਦਾ। ਜੇ ਨਿਰਭਉ ਜਨ ਹਰ ਨਿਰਭਉ ਤੇ ਆਇਆ ਜੀ, ਤਿਨ ਕਾ ਭਉ ਸਭ ਸਵਾਰ। ਨਿਰਭਉ ਜਪੇ ਸਗਲ ਭਉ ਮਿਟੇ, ਇੱਕ ਗੁਣ ਇਹ ਉਸ ਮਨੁੱਖ ਦੇ ਅੰਦਰ ਆ ਜਾਂਦਾ। ਪੈਨੇ ਜਾ ਕੇ ਕੰਚਨ ਮਾਟੀ ਮੰਨੇ, ਉਹਦਾ ਮਨ ਸਤੋ ਗੁਣੀ ਹੋ ਜਾਂਦਾ। ਕਿਸੇ ਦੇ ਧਨ ਨੂੰ ਦੇਖ ਕੇ ਮਿੱਟੀ ਸਮਝਦਾ, ਪਰਾਏ ਧਨ ਨੂੰ ਮਿੱਟੀ ਸਮਝਦਾ। ਜਿਹੜਾ ਪਰਾਏ ਧਨ ਨੂੰ ਚੱਕਣ ਦੀ ਕੋਸ਼ਿਸ਼ ਕਰਦਾ, ਗੁਰੂ ਕਹਿੰਦਾ ਮੇਰਾ ਸਿੱਖ ਹੀ ਨਹੀਂ ਹੈ। ਗੁਰ ਪੀਰ ਹਾਮਾ ਤਾਂ ਕਰੇ ਜਾ ਮਰਦਾਰ ਨਖਾਏ, ਹੱਕ ਪਰਾਇਆ ਨਾਨਕੋ ਸੁਰ ਸੁਧਾਰੇ। ਦੇਖੋ ਕਿਹੜਾ ਕਿਹੜਾ ਔਗਣ ਹੈ ਆਪਣੇ ਅੰਦਰ। ਇਹ ਗੁਣ ਨੇ ਮਨ ਦੇ ਅੰਦਰ ਸਿਮਰਨ ਕਰਨ ਵਾਲੇ ਪੁਰਖਾਂ ਦੇ ਇਹ ਗੁਣ ਪੈਦਾ ਹੋ ਜਾਂਦੇ। ਮੈਂ ਕੱਲਾ ਕੱਲਾ ਦੱਸਾਂ ਤਾਂ ਸਹਿਮ ਕਰ ਲੈਂਦਾ। ਇਹ ਕੱਲੇ ਕੱਲੇ ਗੁਣ ਦੀ ਪਰਿਭਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤੀ ਹੈ। ਉਹ ਜਿਨ੍ਹਾਂ ਦੇ ਅੰਦਰ ਨਾਮ ਪੂਰਨ ਤੌਰ ਤੇ ਆਪਣਾ ਕਾਟ ਕਰਦਾ ਹੈ। ਕਈ ਵਾਰੀ ਮਨੁੱਖ ਨਾਮ ਜਪਦਾ, ਉਹਦੇ ਅੰਦਰ ਈਰਖਾ ਹੁੰਦੀ ਹੈ, ਦੂਜਿਆਂ ਪ੍ਰਤੀ ਈਰਖਾ। ਜਿਸਕੇ ਅੰਦਰ ਤਾਤ ਪਰਾਈ ਹੋਵੇ ਤਿਸਦਾ ਕਦੇ ਨਾ ਹੋਵੇ ਭਲਾ। ਹਰ ਹਰ ਕਰੇ ਨਿਤ ਕਪ ਕਮਾਵੇ ਵਿਦਾ ਸ਼ੁੱਧ ਨਾ ਹੋਵੇ। ਦਿਨ ਰਾਤ ਮਾਲਾ ਪੜ ਕੇ ਅੰਦਰ ਮੈਲ ਗਵਾਵੇ, ਅੰਦਰ ਕਪਟ ਛੱਡੇ ਨਾਲ ਲੋਕਾਂ ਨਾਲ ਹੇਰਾ ਫੇਰੀ ਛੱਡੇ। ਉਹ ਮਾਲਾ ਨੂੰ ਅਸਰ ਨਹੀਂ ਕਰਦਾ, ਤਾਂ ਹੀ ਗੁਣ ਪੈਦਾ ਨਹੀਂ ਹੁੰਦੇ। ਇਹਨਾਂ ਗੁਣਾਂ ਨੂੰ ਪੈਦਾ ਕਰਨ ਵਾਸਤੇ, ਅੰਦਰ ਆਉਣ ਵਾਸਤੇ ਤਿੰਨ ਚੀਜ਼ਾਂ ਪਹਿਲਾਂ ਦੱਸੀਆਂ ਨੇ। ਨਾਮ ਉਹਨਾਂ ਦੇ ਅੰਦਰ ਪੁਰਖਾਂ ਦੇ ਵਸਦਾ, ਜਿਹਨਾਂ ਅੰਦਰ ਤਿੰਨ ਗੁਣ ਪਹਿਲੇ। ਮਾਰਿਓ ਨਿਗਾ ਤੁਹਾਡੇ ਵਿੱਚ ਬਹੁਤ ਸਾਰੇ ਗੁਰਮੁਖ, ਕਿਉਂਕਿ ਤੁਸੀਂ ਸਾਰੇ ਧਾਰਮਿਕ ਪੱਖ ਨਾਲ ਪ੍ਰੇਮ ਕਰਨ ਵਾਲੇ ਤਕਰੀਬਨ ਬਹੁਤੇ ਹੋਣਗੇ।
ਸੱਦੇ ਪੱਤਰ ਤੇ ਕੋਈ ਐਸਾ ਹੋਵੇਗਾ ਜਿਹੜਾ ਨਹੀਂ ਧਾਰਮਿਕ ਪੱਖ ਨੂੰ ਮੰਨਦਾ ਹੋਵੇਗਾ। ਜਿਨ੍ਹਾਂ ਦੇ ਧਾਰਮਿਕ ਪੱਖ ਨੂੰ ਮੰਨਣ ਵਾਲੇ ਆ, ਜਿਹੜੇ ਚਾਹੁੰਦੇ ਆ ਸਾਡੇ ਅੰਦਰ ਇਹ ਗੁਣ ਆ ਜਾਣ। ਮੈਂ ਥੋੜੇ ਤਾਂ ਦੱਸੇ ਕਿ ਗੁਣ ਬਹੁਤ ਵੱਡੇ ਵੱਡੇ ਆ, ਆਮ ਦੁਨੀਆਂ ਵਿੱਚੋਂ ਹੁੰਦੇ ਨੇ। ਫਿਰ ਸਮਾਂ ਮਿਲੂਗਾ 5 ਮਿੰਟ ਦਾ ਟਾਈਮ ਹੈ। ਉਹਦੇ ਵਿੱਚ 3 ਗੁਣ ਨਾਮ ਨੂੰ ਵਸਾਉਣ ਵਾਸਤੇ, ਨਾਮ ਦਾ ਪੂਰਨ ਤੌਰ ਤੇ ਗੁਣਾਂ ਨੂੰ ਜਿਹੜਾ ਅਸਰ ਦੇਣ ਵਾਸਤੇ, ਨਾਮ ਨੂੰ ਅੰਦਰ ਵਸਾਉਣ ਵਾਸਤੇ 3 ਗੁਣ ਤੁਹਾਨੂੰ ਧਾਰਨ ਕਰਨੇ ਪੈਣੇ। ਪਹਿਲੇ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਰੀ ਪਵਿੱਤਰ ਗਿਆਨ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੀਰ ਦੇ ਵਿੱਚ ਇੱਕ ਗੱਲ ਕੀਤੀ, ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ। ਸੱਚ ਬੋਲਦਾ ਹੋਵੇ ਮਨੁੱਖ, ਜੇ ਸੱਚ ਨਹੀਂ ਬੋਲਦਾ ਸਾਰੀ ਜ਼ਿੰਦਗੀ ਗੁਟਕਾ ਪੜ ਕੇ ਬੈਠਾ ਰਹੇ, ਮਾਲਾ ਪੜ ਕੇ ਬੈਠਾ ਰਹੇ, ਅਸਰ ਨਹੀਂ ਕਰੇਗਾ। ਸੱਚ ਬੋਲਦਾ ਦੂਜੇ ਨੰਬਰ ਤੇ ਸੰਤੋਖੀ ਹੋ, ਜੋ ਪਰਮੇਸ਼ਰ ਨੇ ਦਿੱਤਾ ਉਹਦੇ ਤੇ ਸੰਤੋਖ ਕਰਕੇ ਬੈਠ ਜਾਵੇ। ਕਿਸੇ ਦੇ ਧਨ ਨੂੰ ਦੇਖ ਕੇ ਲਲਚਾਵੇ ਨਾ, ਐਸੀ ਨਾ ਦੌੜ ਲੱਗ ਜਾਵੇ ਕਿ ਰੱਬ ਦਾ ਹੀ ਚੇਤਾ ਕਰ ਜਾਵੇ। ਸਤ ਸੰਤੋਖ ਵਿਚਾਰੋ। ਉਧਰ ਜਾਪੀ ਸਾਹਿਬ ਵਿੱਚ ਲਿਖਿਆ ਸੁਣਿਆ ਸਤ ਸੰਤੋਖ ਗਿਆਨ, ਇਹ ਤਿੰਨੇ ਗੱਲਾਂ ਇਕੱਠੀਆਂ ਨੇ। ਜਿਹਦੇ ਅੰਦਰ ਇਹ 2 ਚੀਜ਼ਾਂ ਨੇ, ਸੰਤੋਖੀ ਹੈ, ਨਾਮ ਬੀਜ ਸੰਤੋਖ ਸੁਹਾਗਾ। ਸੰਤੋਖ ਸੁਹਾਗੇ ਤੋਂ ਬਿਨਾਂ ਬੀਜ ਜੰਮਦਾ ਨਹੀਂ, ਬੀਜ ਸੜਦੇ ਉੱਤੇ ਕਦੀ ਨਹੀਂ ਜੰਮਦਾ। ਜਿਹਦੇ ਅੰਦਰ ਇਹ 2 ਚੀਜ਼ਾਂ ਨੇ, ਤੀਜੀ ਚੀਜ਼ ਗਿਆਨ ਵਿਚਾਰ ਉਹਦੇ ਅੰਦਰ ਲੁਕਦੀ ਹੈ, ਨਹੀਂ ਤਾਂ ਲੁਕਦੀ ਹੈ ਭਾਵੇਂ ਸਾਰੀ ਜ਼ਿੰਦਗੀ ਦਾ। ਗੁਰੂ ਗ੍ਰੰਥ ਸਾਹਿਬ ਦੇ ਵਿਚਾਰ ਉਹਦੇ ਅੰਦਰ ਲੁਕਣ ਲੱਗਦਾ। ਜਿਹਦੇ ਅੰਦਰ ਵਿਚਾਰ ਚੰਗੀ ਮਾੜੇ ਵਿਚਾਰਾਂ ਨੂੰ ਆਖਣ ਲੱਗ ਗਿਆ, ਇਹ ਚੰਗਾ, ਇਹ ਮਾੜਾ, ਇਹ ਕਰਨਾ, ਇਹ ਨਹੀਂ ਕਰਨਾ, ਗੁਰੂ ਗ੍ਰੰਥ ਸਾਹਿਬ ਦੇ ਗਿਆਨ ਨੂੰ ਸਮਝਣ ਲੱਗ ਗਿਆ ਔਰ ਕਰਨ ਦੀ ਕੋਸ਼ਿਸ਼ ਵੀ ਕਰਨ ਲੱਗ ਗਿਆ। ਅੰਮ੍ਰਿਤ ਨਾਮ ਦਾਖਲ ਕਰ ਪਏ। ਚੌਥੀ ਚੀਜ਼ ਉਹਦੇ ਅੰਦਰ ਟਿਕਦੀ ਹੈ, ਜਿਸ ਦਾ ਸਭ ਸਰਦਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ, ਪ੍ਰਵਚਨ ਸਰਵਣ ਕਰਵਾ ਰਹੇ ਸਨ ਨਿਰਮਲ ਭੇਖ ਦੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਮਹੰਤ ਮਨਜੀਤ ਸਿੰਘ ਜੀ ਹਰਖੋਵਾਲ ਵਾਲੇ। ਆਓ ਸਾਧ ਸੰਗਤਿਓ, ਮਹਾਂਪੁਰਸ਼ਾਂ ਦੀ ਸਾਲਾਨਾ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਮਹਾਂਪੁਰਸ਼ਾਂ ਦੇ ਪ੍ਰੇਮ ਦਾ ਸਦਕਾ ਬਾਲੀਆ ਟਰਾਂਸਪੋਰਟ ਵਾਲੇ ਗੁਰਮੁਖ ਪਿਆਰਿਆਂ ਨੂੰ ਬੇਨਤੀ ਹੈ ਕਿ ਗੁਰੂ ਘਰ ਵੱਲੋਂ ਸਨਮਾਨਿਤ ਲੈ ਕੇ ਜਾਣਾ ਜੀ। ਆ ਸਾਡੇ ਵਿਚਕਾਰ ਮਹਾਂਪੁਰਸ਼ਾਂ ਦੇ ਪ੍ਰੇਮ ਦਾ ਸਦਕਾ ਪਹੁੰਚੇ ਹਨ ਸ਼੍ਰੀ ਲਵ ਕੁਮਾਰ ਜੀ ਗੋਲਡੀ, ਸਾਬਕਾ MLA ਗੜਸ਼ੰਕਰ। ਉਹਨਾਂ ਨੂੰ ਬੇਨਤੀ ਹੈ ਕਿ ਸਿਰੋਂ ਪਾ ਪ੍ਰਾਪਤ ਕਰਨ ਜੀ। ਨਾਲ ਹੀ ਡਾਕਟਰ ਰਾਜ ਕੁਮਾਰ ਜੀ MLA, ਸਰਦਾਰ ਸੋਹਣ ਸਿੰਘ ਜੀ ਠੰਡਲ, ਸਾਬਕਾ MLA ਕੈਬਨਿਟ ਮੰਤਰੀ। ਨਾਲ ਹੀ ਸਰਦਾਰ ਅਕਬਾਲ ਸਿੰਘ ਖੇੜਾ, ਸਰਦਾਰ ਜਸਪਾਲ ਸਿੰਘ ਸੈਕਟਰੀ ਤੇ ਬਾਲੀਆ ਟਰਾਂਸਪੋਰਟ ਵਾਲੇ ਪ੍ਰਧਾਨ ਜਸਵੀਰ ਸਿੰਘ ਜੀ ਵੱਡੋਆਣ ਸਰਦੁੱਲਾਪੁਰ, ਭਾਈ ਪਰਮਜੀਤ ਸਿੰਘ ਜੀ, ਪਰਮਿੰਦਰ ਸਿੰਘ ਜੀ ਮੇਘੋਵਾਲ, ਸਰਦਾਰ ਜਸਵੀਰ ਸਿੰਘ ਜੀ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਪ੍ਰਧਾਨ ਸੁਖਰਾਜ ਸਿੰਘ ਜੀ ਜੰਡਿਆਲਾ, ਸਰਦਾਰ ਮੱਖਣ ਸਿੰਘ ਜੀ ਟੂਟੋ ਮਜਾਰਾ, ਸਰਦਾਰ ਪਰਮਿੰਦਰ ਸਿੰਘ ਜੀ ਮੇਘੋਵਾਲ, ਸਰਦਾਰ ਹਰਵਿੰਦਰ ਸਿੰਘ ਜੀ ਸੰਘਾ। ਸਾਰੇ ਗੁਰਮੁਖ ਪਿਆਰਿਆਂ ਨੂੰ ਬੇਨਤੀ ਹੈ ਕਿ ਗੁਰੂ ਘਰ ਵੱਲੋਂ ਸਰਦਾਰ ਬਖਤੌਰਾ ਸਿੰਘ ਜੀ ਮਜਾਰਾ ਡੀਂਗਰੀਆਂ, ਉਹਨਾਂ ਨੂੰ ਵੀ ਬੇਨਤੀ ਹੈ ਕਿ ਸਿਰੋਪਾਅ ਪ੍ਰਾਪਤ ਕਰਨ ਦੀ। ਜਿਨ੍ਹਾਂ ਨਗਰਾਂ ਵਿੱਚ ਨਿਰਮਲ ਕੁਟੀਆ ਟੂਟੋ ਮਜਾਰਾ ਵੱਲੋਂ ਧੰਨ ਸ਼੍ਰੀ ਗੁਰੂ ਸਰਦਾਰ ਪਰਮਜੀਤ ਸਿੰਘ ਜੀ ਪਜਾੜ, ਉਹਨਾਂ ਨੂੰ ਵੀ ਬੇਨਤੀ ਹੈ ਸਿਰੋਪਾਅ ਪ੍ਰਾਪਤ ਕਰਨ ਦੀ। ਜਿਨ੍ਹਾਂ ਨਗਰਾਂ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550 ਸਾਲਾ ਆਗਮਨ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਨਿਰਮਲ ਕੁਟੀਆ ਟੂਟੋ ਮਜਾਰਾ ਵੱਲੋਂ 20 ਸਤੰਬਰ ਤੋਂ ਲੈ ਕੇ 20 ਅਕਤੂਬਰ ਤੱਕ ਅਸੀਂ ਰਾਤਰੀ ਦੇ ਦੀਵਾਨਾਂ ਦੇ ਵਿੱਚ ਗੁਰਮਤਿ ਦਾ ਪ੍ਰਚਾਰ ਕੀਤਾ ਸੀ। ਸਾਰੇ ਨਗਰਾਂ ਤੋਂ ਜਿੱਥੋਂ ਕਿਤੋਂ ਵੀ ਗੁਰਮੁਖ ਪਿਆਰੇ ਸੰਗਤਾਂ ਲੈ ਕੇ ਪਹੁੰਚੇ ਨੇ। ਹੈੱਡ ਗ੍ਰੰਥੀ ਸਾਹਿਬ ਜਾਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ, ਸਭਨਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਵੱਲੋਂ ਜੋ ਸਨਮਾਨ ਹੈ ਉਹ ਆਪਣਾ ਪ੍ਰਾਪਤ ਕਰਨ ਜੀ। ਸਰਦਾਰ ਦਲਵੀਰ ਸਿੰਘ ਜੀ ਨੂੰ ਵੀ ਬੇਨਤੀ ਹੈ ਸਿਰੋਪਾਅ ਪ੍ਰਾਪਤ ਕਰੋ ਜੀ। ਆਓ ਸਾਧ ਸੰਗਤ ਜੀ ਹੁਣ ਸਰਵਣ ਕਰੀਏ
ਸਤਿਕਾਰਯੋਗ ਸ਼੍ਰੀਮਾਨ ਮਹੰਤ ਤੇਜਾ ਸਿੰਘ ਜੀ ਡਬਲ MA ਖੁੱਡੇ ਕਰਾਲੇ ਵਾਲੇ, ਉਹ ਵੀ ਆਪ ਸਰਬੱਤ ਸੰਗਤਾਂ ਨੂੰ 5-7 ਮਿੰਟ ਵਾਸਤੇ ਪ੍ਰਵਚਨਾਂ ਰਾਹੀਂ ਗੁਰੂ ਦੇ ਨਾਲ ਜੋੜਨਗੇ। ਸਮਾਂ ਆਪਣਾ ਤੁਹਾਡਾ ਹੈ, ਤੁਸੀਂ ਆਪ ਦੇਖਣਾ ਕਿ ਕਿੰਨੇ ਕੁ ਵਜੇ ਸਮਾਪਤੀ ਕਰਨੀ ਹੈ। ਆਪ ਜੀ ਤੋਂ ਬਾਅਦ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਦਵਿੰਦਰ ਸਿੰਘ ਜੀ ਅਤੇ ਨਿਰਮਲ ਭੇਖ ਭੂਸ਼ਣ ਵੇਦਾਂਤਾਚਾਰੀਆ ਪੰਡਿਤ ਗਿਆਨਦੇਵ ਸਿੰਘ ਜੀ, ਆਪਾਂ ਇਹਨਾਂ ਤੋਂ ਵੀ ਆਸ਼ੀਰਵਾਦ ਲੈਣਾ ਹੈ। ਆਓ ਸਾਧ ਸੰਗਿਓ ਸਰਵਣ ਕਰੀਏ ਸਤਿਕਾਰਯੋਗ ਸ਼੍ਰੀਮਾਨ ਮਹੰਤ ਤੇਜਾ ਸਿੰਘ ਜੀ ਡਬਲ MA ਖੁੱਡੇ ਕਰਾਲੇ ਵਾਲੇ 5-7 ਮਿੰਟ ਵਾਸਤੇ ਪ੍ਰਵਚਨਾਂ ਰਾਹੀਂ ਗੁਰੂ ਦੇ ਨਾਲ ਜੋੜਨਗੇ। ਸੰਗਤਾਂ ਨੂੰ ਬੇਨਤੀ ਹੈ ਸਭ ਮਾਈ ਭਾਈ ਨੂੰ ਕਿ ਇਸੇ ਤਰ੍ਹਾਂ 10-15 ਮਿੰਟ ਹੋਰ ਇਕਾਗਰਤਾ ਬਣਾ ਕੇ ਰੱਖਣੀ। ਆਪਾਂ ਮਹਾਂਪੁਰਸ਼ਾਂ ਦੇ ਕੋਲੋਂ ਆਸ਼ੀਰਵਾਦ ਰੂਪ ਪ੍ਰਵਚਨ ਸਰਵਣ ਕਰਨੇ ਨੇ। ਨਗਰ ਟੂਟੋ ਮਜਾਰਾ ਦੇ ਸਰਪੰਚ ਸਾਹਿਬ ਸੁਨੀਲ ਕੁਮਾਰ ਜੀ, ਉਹਨਾਂ ਨੂੰ ਵੀ ਬੇਨਤੀ ਹੈ ਸਿਰੋਂ ਪਾ ਪ੍ਰਾਪਤ ਕਰਨ ਦੀ। ਆਓ ਸਰਵਣ ਕਰੀਏ ਸਤਿਕਾਰਯੋਗ ਸ਼੍ਰੀਮਾਨ ਮਹੰਤ ਤੇਜਾ ਸਿੰਘ ਜੀ ਖੁੱਡੇ ਕਰਾਲੇ ਵਾਲੇ। ਆਦਿ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਸੁਨ ਸਨਾਵਨੋ ਮਨ ਮੇਂ ਦ੍ਰਿੜਿਐ ਸਾਚ ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਚ ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਚ। अर्चनीय वंदनीय प्रातः सुंदरीय सुविविध यति संत समाज ज्ञान स्वरूप तत्व स्वरूप बोध स्वरूप शब्द स्वरूप सतगुरु श्री गुरु ग्रंथ साहिब महाराज जी पावन हजूरी विच श्री श्री परम पूज्य पाद नानक भेख भूषण विद्या मातंड अमर पीठाधीश श्रीमंत साहिब जी तथा गुरु सवारी साध संगत जी प्रभाग्य हो आप तत्व वेते ब्रह्म श्रोत्री ब्रह्म रेस्ती महापुरुषों की उन्होंने सिमरती च जुड़ बैठे। मेरे तो पहले तुसी बहुत कुछ सुनिया, नाम की महिमा संत की सिफत कई कुछ होया है। मैं एक वखरा ही विशा चुनना है। 5 से 7 मिनट का सी टाइम 3 मिनट का हो गए ने, अभी 3 मिनट 4 आते। विवेक चूड़ामणि का एक संस्कृत का ग्रंथ है, महाराज सही पढ़ाते रहे। विवेक चूड़ामणि एक श्लोक आता संस्कृत का, वो कहता तत् आत्मा सदा आनंदो, बड़ा भावुक वचन है। तत् आत्मा सदा आनंदो, संसार का हर आदमी सुख लभना चाहता, हर आदमी सुख नहीं प्यार करता, दुख को कोई नहीं चाहता। विद्वान कह रहा इस 5 भूतक शरीर विच, मैले कुचैले शरीर विच, नाशवान शरीर विच, पैरे शिवने काया विच जे कोई तत्त वस्तु है तो आत्मा है। तत् आत्मा सदा आनंद। जिन्हें भी तुहाडे शरीर मेरा शरीर पासे भी तुसीं देखोगे शरीर में कोई वधिया चीज किसी तो नहीं निकलती, कोई वधिया चीज कितों नहीं निकलती। नासका विचों, अखां विचों, कन्नां विचों, मूँह विचों, लिंग गुदा विचों, शरीर के पसीने विचों कोई चीज चंगी नहीं निकलती। महाराज कहते ना इस शरीर के 9 दरवाजे है, नवा ही दर फीके। उन्होंने 9 दरवाजों में जो कुछ भी निकलता रसाव होता है वो फिका है, गंदा है। पर इत्थे ऋषि मुनि कह रहे हैं तत् आत्मा सदा आनंदो, जिहड़ी इस शरीर दे विच आत्मा है, तत् स्वरूप है, वो आनंद स्वरूप है। भावें शरीर गंदा है, इस शरीर के विच ही है, पर है आनंद स्वरूप। अगला आखिर कहता सुख, जिथे वो आनंद स्वरूप है उत्थे सुख स्वरूप भी है।
ਉਹ 'ਚ ਦੁੱਖ ਕਦੇ ਨਹੀਂ ਆਉਂਦਾ। ਆਤਮਾ ਵਿੱਚ ਕੋਈ ਦੁੱਖ ਨਹੀਂ ਹੈ। ਇਹ ਜਿਹੜਾ ਦੁੱਖ ਅਸੀਂ ਅਨੁਭਵ ਕਰਦੇ ਹਾਂ ਨਾ ਸਰੀਰ ਧਾਰਨ ਕਰਕੇ, ਇਹ ਤਾਂ ਅੰਤःਕਰਨ ਦਾ ਧਰਮ ਹੈ। ਅੰਤःਕਰਨ ਵਿੱਚ ਵੀ ਵਿਦਵਾਨਾਂ ਨੇ 4 ਗਿਣੇ ਨੇ: ਮਨ, ਬੁੱਧ, ਚਿੱਤ ਤੇ ਅਹੰਕਾਰ। ਕੱਲਾ ਮਨ ਵੀ ਦੁਖੀ ਨਹੀਂ ਹੁੰਦਾ, ਕਿਉਂਕਿ ਮਨ ਤਾਂ 1 ਸੈਕਿੰਡ ਤੋਂ 2 ਸੈਕਿੰਡ ਤੋਂ ਬਾਅਦ ਕਿਤੇ ਖੜਾ ਹੀ ਨਹੀਂ ਹੁੰਦਾ। ਜਿਵੇਂ ਭੌਰਾ ਹੈ ਨਾ, ਇੱਕ ਫੁੱਲ ਤੇ ਬੈਠਾ, ਦੂਜੇ ਦੇ ਤੀਜੇ ਦੇ ਚੌਥਾ ਬੈਠ ਗਿਆ। ਚੰਪਾ ਦੇ ਫੁੱਲ ਨੂੰ ਕਿਸੇ ਨੇ ਪੁੱਛਿਆ, ਚੰਪਾ ਤੁਝ ਮੇਂ 3 ਗੁਣ, रूप रंग अरवास, ऐसी तुझ में क्या पता भवन न बैठे पास। चंपा ने कहने लगे तेरे च 3 गुण, रूप तेरा बड़ा बढ़िया, रंग भी तेरा बड़ा बढ़िया, और सुगंधी भी बासना बड़ी बढ़िया तेरी, पर तेरे को तो भौरा कदे आउंदा ही नहीं। भौरा तेरे फुल ते कदे बैठदा ही नहीं, सुगंधी लैंदा ही नहीं। हुण चंपा दे फुल दा पुत्तर सुनो की कहंदे, कहंदे रसिया मुझ में 3 गुण, रूप रंग अरवास। एक कवि जानते महापुरुषो, सतपुरुषो, विद्वान पुरुषो, मेरे च 3 गुण हैगे ने, रूप भी है, मेरा रंग भी सुंदर है, और बात सुगंधी भी बड़ी सुंदर है, पर जगह जगह के मीत को कौन बहाले पास। जरा कदी किधर तुरया फिरदा, कदी किधर तुरया फिरदा, कदी किधर तुरया फिरदा, इहो जिहे नूं कदे मित्र नहीं बनाउंदी। फुल कहंदे, चंपा कहंदे। तो उमर की है, ਅਸੀਂ ਸੁੱਖ ਦੀ ਭਾਲ ਵਿੱਚ ਸੰਸਾਰ ਦੇ ਜਿਹੜੇ ਦੁੱਖ ਰੂਪ ਭੋਗ ਨੇ ਉਹਨਾਂ ਵਿੱਚ ਖਚਤ ਹੋਏ। ਇਸ ਵਾਸਤੇ ਵਿਦਵਾਨ ਕਹਿੰਦਾ ਸੁੱਖ ਆਤਮਾ ਜਿੱਥੇ ਆਨੰਦ ਸਰੂਪ ਹੈ ਤੇ ਸੁੱਖ ਸਰੂਪ ਹੈ। ਅਗਲਾ ਫਿਰ ਕਹਿੰਦਾ ਦੁੱਖ ਕੀ ਉਹਦੇ 'ਚ ਕੋਈ ਦੁੱਖ ਹੈਗਾ? ਆਤਮਾ 'ਚ ਕੋਈ ਦੁੱਖ ਨਹੀਂ। ਮੈਂ ਹੁਣੇ ਪਹਿਲਾਂ ਚਤੁਸ਼ਟਾ ਬੋਲਿਆ ਨਾ, ਜਿਹੜਾ ਮਨ, ਬੁੱਧ, ਚਿੱਤ, ਅਹੰਕਾਰ, ਇਹ ਸਾਡੇ ਅੰਤःਕਰਨ ਹੈ। ਇਸ ਅੰਤःਕਰਨ 'ਚ ਹੀ ਸਾਰੇ ਦੁੱਖ ਸੁੱਖ ਨੇ। ਇਸ ਵਾਸਤੇ ਇਹ ਆਤਮਾ ਤੋਂ ਪਰੇ, ਆਤਮਾ ਤੋਂ ਭਿੰਨ, ਵੱਖਰਾ ਹੈ। ਇਹ ਦੁੱਖ ਸੁੱਖ ਅਨੁਭਵ ਕਰਦਾ, ਆਤਮਾ ਨਹੀਂ ਕਰਦਾ। ਇਸ ਵਾਸਤੇ ਵਿਦਵਾਨ ਕਹਿੰਦਾ ਸੁਖਮ ਦੁੱਖਮ, ਦੁੱਖ ਨਹੀਂ ਉੱਥੇ ਕੋਈ, ਹਮੇਸ਼ਾ ਸੁੱਖ ਹੈ, ਸੁੱਖ ਸਰੂਪ ਹੈ। ਇਹ ਅਗਲਾ ਅੱਖਰ ਕਹਿੰਦਾ ਦੁੱਖ ਕਦਾਚਨ ਹੈ, ਆਤਮਾ ਦੇ ਵਿੱਚ ਦੁੱਖ ਕਦੇ ਵੀ ਨਹੀਂ। ਹੁਣ ਤੁਸੀਂ ਇੱਕ ਗੱਲ ਤਾਂ ਸਮਝ ਗਏ, ਅੱਖਰ ਤਾਂ ਥੋੜੇ ਹੀ ਨੇ। ਇਹ ਤਤ ਆਤਮਾ ਆਨੰਦ ਸਰੂਪ ਹੈ, ਸੁੱਖ ਸਰੂਪ ਹੈ, ਔਰ ਦੁੱਖ ਉਹਦੇ ਦੁੱਖ ਕਦੇ ਨਹੀਂ। ਪਰ ਉਹ ਹੈ ਕਿੱਥੇ? ਹੁਣ ਇਹ ਬੜਾ ਸਵਾਲ ਪੈਦਾ ਹੁੰਦਾ। ਮੈਂ ਬੋਲਦਾ, ਮੇਰੇ 'ਚ ਆਤਮਾ ਬੋਲਦੀ ਹੈ, ਤੁਸੀਂ ਸੁਣਦੇ ਹੋ, ਤੁਹਾਡੇ ਸਾਰਿਆਂ 'ਚ ਆਤਮਾ ਸੁਣਦੀ ਹੈ। ਲੱਭਣੀ ਕਿਤੋਂ ਨਹੀਂ ਪੈਣੀ, ਸਿਰਫ ਤੁਹਾਨੂੰ ਆਪਣੇ ਆਪ ਨਾਲ ਜੁੜਨਾ ਪੈਣਾ। ਜਿੰਨਾ ਚਿਰ ਸੰਸਾਰ ਦੇ ਪਦਾਰਥਾਂ ਨਾਲ, ਸੰਸਾਰ ਦੇ ਵਿਸ਼ੇ ਭੋਗਾਂ ਨਾਲ, ਸੰਸਾਰ ਦੀਆਂ ਵਸਤੂਆਂ ਨਾਲ, ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਹੈ, ਬੰਧਨ ਮਾਤ ਪਿਤਾ ਸਭ ਧੀਆ, ਬੰਧਨ ਗੁਰੂ ਗ੍ਰਹਿ ਚੇਲੇ ਪ੍ਰਭੂ। ਇਹ ਸਾਰੇ ਬੰਧਨ ਰੂਪ ਨੇ। ਮਰਨ ਲੱਗਿਆ ਮਾਂ ਵੀ ਨਾਲ ਨਹੀਂ ਜਾਂਦੀ। ਕਹਿੰਦੇ ਇੱਕ ਬੰਦਾ ਮਰ ਗਿਆ ਸੀ, ਗੁਰੂ ਨਾਨਕ ਦੇਵ ਜੀ ਕਹਿੰਦੇ ਸਾਰਾ ਪਰਿਵਾਰ ਰੋ ਰਿਹਾ ਸੀ। ਕਹਿਣ ਲੱਗੇ ਵੀ ਕੀ ਹੋਇਆ? ਕਹਿਣ ਲੱਗੇ ਸਾਡਾ ਬੜਾ ਪਿਆਰਾ ਸੀ, ਇਹ ਮਰ ਗਿਆ। ਮਹਾਰਾਜ ਕਹਿਣ ਲੱਗੇ ਕਿ ਛੰਨਾ ਦੁੱਧ ਲਿਆਓ। ਦੁੱਧ ਲਿਆਂਦਾ। ਕਹਿਣ ਲੱਗੇ ਜਿਹੜਾ ਬੰਦਾ ਇਹ ਦੁੱਧ ਪੀ ਲੇਗਾ ਉਹ ਮਰ ਜਾਏਗਾ, ਇਹ ਉੱਠ ਪਏਗਾ। ਸਾਰਿਆਂ ਦੇ ਮੋਹਰੇ ਦੁੱਧ ਪੀਤਾ, ਮਾਂ ਮੋਹਰੇ ਵੀ, ਪਿਓ ਮੋਹਰੇ ਵੀ, ਪਤਨੀ ਮੋਹਰੇ ਵੀ, ਪੁੱਤਰ ਮੋਹਰੇ ਵੀ, ਧੀ ਮੋਹਰੇ ਵੀ, ਦੋਸਤ ਮੋਹਰੇ ਵੀ। ਕਹਿੰਦੇ ਨਾ ਅਸੀਂ ਨਹੀਂ ਪੀਂਦੇ, ਇਹ ਤਾਂ ਮਰ ਗਿਆ, ਆਪਾਂ ਖਾ ਪੀ ਕੇ ਢਾ ਕੇ ਮਰ ਗਿਆ, ਆਪਾਂ ਕਿਉਂ ਮਰੀਏ? ਅਸੀਂ ਨਹੀਂ ਪੀਂਦੇ। ਤੇ ਗੁਰੂ ਸਾਹਿਬ ਕਹਿਣ ਲੱਗੇ ਫਿਰ ਮੈਂ ਪੀਣਾ। ਹਾਂ ਬਾਬਾ ਜੀ ਤੁਸੀਂ ਪੀ ਲਓ। ਬਾਬੇ ਦਾ ਕੋਈ ਨਹੀਂ ਨਾ, ਬਾਬਾ ਜੀ ਪੀ ਲੈਣ। ਜਾਨੀ ਇਹ ਸਾਰੇ ਬੰਧਨ ਰੂਪ ਹੈ, ਕੋਈ ਕਿਸੇ ਦੇ ਨਾਲ ਜਾਣ ਵਾਲਾ ਨਹੀਂ। ਮਰੇ ਨਾ ਮੋਇਆ ਨਾਲੇ। ਜਿਹੜੀ ਸਾਡੇ 'ਚ ਆਤਮਾ ਤਤ ਸਰੂਪ, ਤਤ ਆਨੰਦ ਸਰੂਪ ਹੈ, ਉਹਨੂੰ ਭਾਲਣ ਦੀ ਕੋਸ਼ਿਸ਼ ਕਰੋ। ਇਹਨਾਂ ਮਹਾਂਪੁਰਸ਼ਾਂ ਨੇ ਜੁਗਤੀਆਂ ਉਗਤੀਆਂ ਨਾਲ ਤੁਹਾਨੂੰ ਦੱਸਣਾ, ਤੁਹਾਡੇ ਅੰਦਰ ਹੀ ਹੈ। ਔਰ ਜਦੋਂ ਤੁਹਾਨੂੰ ਉਹਦਾ ਗਿਆਨ ਹੋ ਗਿਆ, ਆਪ ਸੁਭਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ। ਮੈਂ ਆਪਣੇ ਬਚਨਾਂ ਨੂੰ ਗੁਰਮਾਨ ਵਿਰਾਮ ਦੇਣਾ, ਕਿਉਂਕਿ ਟਾਈਮ ਹੋ ਗਿਆ। ਔਰ ਆਪਣੇ ਦਿਲ ਦੀ ਗਹਿਰਾਈ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਦਲੇਰ ਸਿੰਘ ਜੀ ਮਹਾਰਾਜ, ਮੇਰੇ ਪਰਮ ਮਿੱਤਰ ਸੰਤ ਬਾਬਾ ਜਗਦੇਵ ਸਿੰਘ ਜੀ ਮੋਨੀ ਜੀ ਨੂੰ ਦਿਲ ਦੀ ਗਹਿਰਾਈ ਤੋਂ ਮੈਂ ਸ਼ਰਧਾਂਜਲੀ
ਵਾਕਾਂਜਲੀ ਭਾਵਾਂਜਲੀ ਸਮਰਪਿਤ ਕਰਦਾ ਹੋਇਆ ਬਾਣੀ ਨੂੰ ਵਿਰਾਮ ਦੇ ਰਿਹਾ। ਔਰ ਸੰਤ ਮੱਖਣ ਸਿੰਘ ਜੀ ਤੇ ਧਰਮਾਦੀ ਆ ਜਿਨ੍ਹਾਂ ਇੰਨੀਆਂ ਰੱਬ ਵਰਗੀਆਂ ਸੰਤਾਂ ਦੇ ਦਰਸ਼ਨ ਕਰਾਏ, ਮਹਾਂਪੁਰਸ਼ਾਂ ਦੇ ਦਰਸ਼ਨ ਕਰਾਏ। ਅੰਤ ਵਿੱਚ ਬੁਲਾਓ ਕਰਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ, ਪ੍ਰਵਚਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਸ਼੍ਰੀਮਾਨ ਮਹੰਤ ਤੇਜਾ ਸਿੰਘ ਜੀ ਡਬਲ MA ਖੁੱਡੇ ਕਰਾਲੇ ਵਾਲੇ। ਆਓ ਸਰਵਣ ਕਰੀਏ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਦਵਿੰਦਰ ਸਿੰਘ ਜੀ ਕੁਟੀਆ ਸਹਾਪੁਰ ਤਰਨ ਤਾਰਨ ਵਾਲੇ, ਉਹ ਵੀ 5-7 ਮਿੰਟ ਵਾਸਤੇ ਆਪ ਸਰਬਤ ਸੰਗਤਾਂ ਨੂੰ ਪ੍ਰਵਚਨਾਂ ਰਾਹੀਂ ਗੁਰੂ ਦੇ ਨਾਲ ਜੋੜਨਗੇ। ਇਹਨਾਂ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਨਿਰਮਲ ਭੇਟ ਭੂਸ਼ਣ ਵਿਦਿਆ ਮਾਰਤੰਡ ਵੇਦਾਂਤਾਚਾਰੀਆ ਸ਼੍ਰੀ ਮਹੰਤ ਨਿਰਮਲ ਪੰਚਾਇਤੀ ਅਖਾੜਾ ਕਨਖਲ ਹਰਦੁਆਰ ਵਾਲੇ ਸਤਿਕਾਰਯੋਗ ਸ਼੍ਰੀਮਾਨ ਮਹੰਤ ਗਿਆਨਦੇਵ ਸਿੰਘ ਜੀ ਆਪ ਸਰਬਤ ਸੰਗਤਾਂ ਨੂੰ ਆਸ਼ੀਰਵਾਦ ਰੂਪ ਪ੍ਰਵਚਨ ਸਰਵਣ ਕਰਵਾਉਣਗੇ ਜੀ। ਆਓ ਸਰਵਣ ਕਰੀਏ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਦਵਿੰਦਰ ਸਿੰਘ ਜੀ ਕੁਟੀਆ ਸਹਾਪੁਰ ਤਰਨ ਤਾਰਨ ਵਾਲੇ 5-7 ਮਿੰਟ ਵਾਸਤੇ ਪ੍ਰਵਚਨਾਂ ਰਾਹੀਂ ਗੁਰੂ ਦੇ ਨਾਲ ਜੋੜਨਗੇ। ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ 550 ਸਾਲਾ ਆਗਮਨ ਪੁਰਬ ਨੂੰ ਸਾਰਾ ਸੰਸਾਰ ਮਨਾ ਰਿਹਾ ਹੈ। ਗੁਰੂਆਂ ਦਾ ਹੀ ਪਾਵਨ ਸਰੂਪ ਸ਼ਬਦ ਰੂਪ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਟੇਜ ਤੇ ਬਿਰਾਜਮਾਨ ਮਹਾਨ ਵੀਤਰਾਗ ਸ੍ਰੀ ਮਹੰਤ ਸਾਹਿਬ ਜੀ ਮਹਾਰਾਜ ਅਥਵਾ ਸਾਰਾ ਸੰਤ ਸਮਾਜ, ਸਤਿਕਾਰਯੋਗ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਸਾਲਾਨਾ ਗੁਰਮਤਿ ਸੰਤ ਸਮਾਗਮ ਵਿੱਚ ਰੰਗ ਰਤੜੀਆਂ ਰੂਹਾਂ ਦੇ ਪਾਸੋਂ ਪਰਮਾਤਮਾ ਦੀ ਉਸਤਤ, ਪਰਮਾਤਮਾ ਦੇ ਪਿਆਰਿਆਂ ਦੀ ਵਡਿਆਈ ਸਰਵਣ ਕਰਕੇ ਕਿਰਤਾਰਥ ਹੋ ਰਹੇ ਹਾਂ। ਹੁਣੇ ਆਪ ਜੀ ਦੇ ਸਨਮੁਖ ਸਤਿਕਾਰਯੋਗ ਬਾਬਾ ਤੇਜਾ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਆਪ ਸੰਗਤ ਨੂੰ ਆਪਣੇ ਅਨੁਭਵੀ ਬਚਨਾਂ ਨਾਲ ਕਿਰਤਾਰਥ ਕੀਤਾ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਵਾਕ, ਸੰਤ ਤੁਮਰੇ ਪ੍ਰੀਤਮ ਤਿनको काल न खाते, रंग तुम्हारे लाल भये हैं। ਜਿਹੜੇ ਰੱਬ ਦੇ ਰੰਗੇ ਹੋਏ ਪਿਆਰੇ ਹੁੰਦੇ ਨੇ, ਮਹਾਂਪੁਰਖ ਹੁੰਦੇ ਨੇ, ਗੁਰਮੁਖ ਹੁੰਦੇ ਨੇ, ਗੁਰਸਿੱਖ ਹੁੰਦੇ ਨੇ, ਉਹਨਾਂ ਦੇ ਅੰਦਰ ਨਾਮ ਦਾ ਰੰਗ ਹੁੰਦਾ ਹੈ ਤੇ ਨਾਮ ਦਾ ਰੰਗ ਐਸਾ ਹੈ ਜਿਹਦੇ ਨਾਲ ਉਹਨਾਂ ਦੀ ਮੌਤ ਨਹੀਂ ਹੁੰਦੀ, ਉਹ ਅਮਰ ਹੁੰਦੇ ਨੇ। परमात्मा का नाम परमात्मा का रूप है, तो जो भी रब दे प्यारे उसनू जपते हैं वो उसे का ही रूप हो जाते हैं। इस करके साधु जन उस वाहिगुरु दे हन ते वाहिगुरु साधु जना दा।
ਜਿਹੜੇ ਵਾਹਿਗੁਰੂ ਦੇ ਹੋਵੇ ਉਹਨਾਂ ਨੂੰ ਤਾਲ ਨਹੀਂ ਖਾ ਸਕਦਾ। ਉਹਨਾਂ ਦਾ ਰੰਗ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੱਸਦੇ ਨੇ ਲਾਲ, ਭਾਵ ਖੁਸ਼ੀ ਦਾ ਰੰਗ ਲਾਲ ਹੁੰਦਾ ਹੈ। ਤੇ ਕੁਦਰਤੀ ਹੈ ਕਿ ਮਹਾਰਾਜ ਜੀ ਨੇ ਬਾਣਾ ਵੀ ਜੋ ਭਗਵਾ ਪਹਿਨਿਆ, ਭਾਵੇਂ ਮਹਾਰਾਜ ਪਹਿਲੇ ਅੰਮ੍ਰਿਤਧਾਰੀ ਸਨ, ਸ਼ਸਤਰਧਾਰੀ ਸਨ। ਮੈਂ ਗੁਰਦੇਵ ਪਿਤਾ ਜੀ ਦੀ ਗੱਲ ਕਰ ਰਿਹਾ ਹਾਂ। ਤੇ ਪਾਕਿਸਤਾਨ ਦੇ ਵਿੱਚ ਪੰਜਾ ਸਾਹਿਬ ਦੀ ਉਸ ਪਾਕ ਧਰਤੀ ਤੇ ਇਕਾਂਤ, ਜਿੱਥੇ ਮਹਾਰਾਜ ਜਪ ਤਪ ਕਰਦੇ ਸਨ, ਕੁਝ ਸਮਾਂ ਰਹੇ। ਉਸ ਧਰਤੀ ਤੇ ਰੱਬ ਦੀ ਰੰਗੀ ਹੋਈ ਰੂਹ ਇੱਕ ਮਹਾਂਪੁਰਖ ਨੇ ਮਹਾਰਾਜ ਜੀ ਨੂੰ ਪਹਿਲੀ ਵਾਰ ਭਗਵੇਂ ਵਸਤਰਾਂ ਦੀ ਪ੍ਰੇਰਣਾ ਦਿੱਤੀ। ਇੱਕ ਦੋ ਸੇਵਾਦਾਰ ਨਾਲ ਹੋਣੇ, ਪਰੰਤੂ ਇਕਾਂਤ ਵਰਤ ਰਹਿਣਾ ਚਾਹੁੰਦੇ ਸਨ। ਉਸ ਵੇਲੇ ਮਹਾਰਾਜ ਜੀ ਨੂੰ ਭਗਵੇਂ ਵਸਤਰ ਗਾਤੀ ਰੂਪ ਵਿੱਚ ਪਹਿਨੇ ਤੇ ਸੰਸਾਰ ਵਿੱਚ ਜਿੱਥੇ ਲਾਲ ਵਸਤਰ ਪਹਿਨੇ, ਗੇਰੂਏ ਵਸਤਰ ਪਹਿਨੇ, ਉੱਥੇ ਜੀਵਨ ਵਿੱਚ ਐਸਾ ਰੰਗ ਸੀ कि कहते को सुबह नहीं देखा ही प्रवाह। ऐसे संत जना पर थाए गुरबाणी दा वचन है, संत तुम्हारे तुमरे प्रीतम। जे संत जी तुसी परमात्मा दे हो गए तो प्रीतम तुहाडा हो गया। ते उन्हां दा रंग लाल, भाव बंदगी दी खुशी जो है साध संगत को खुशी भाव लाल रंग दी। लाली मेरे लाल की जत देखो तत लाल। लाली भालन मैं गई, मैं भी हो गई लाल। इस करके जेड़े नाम जपदे ने वो मरदे नहीं, वो अमर होंदे ने। सो असी सालाना उन्हां दी महान सिमरती याद विच इस पाक पवित्र धरती जिथे उन्होंने अवतार होया, ये नगर भागा वाला पिंड टूटो मजारा, और 1999 वो ब्रह्मलीन हुए। पवने में पवन समाया, ज्योति में जोत रल जाया। माटी माटी हुई एक रोवन हारे की कवन टेक। कौन हुआ रे कौन हुआ, ब्रह्म ज्ञानी मिल करो विचारे तो चलत पया। संसार सारा चलन हारा है, महापुरख उसके हुक्म नूं लैके चलते ने ते हुक्म नूं वजाउंदे ने। सो महाराज जी ने अपनी सारी जिंदगी दो ही काम कीते ने, नाम जपिया ते नाम जपाया। सो बाबा जगदेव सिंह जी जो मेरे हम सफर रहे, असी इकट्ठे ही महाराज के चरणों कुछ थोड़े दिनों का हेर फेर सी। सत्कारयोग बाबा जी बाबा सतनाम जी जिन्हां ने इत्थों की सेवा बाखूबी तन नाल मन नाल कीती। साध संगत आप सारा इलाका जानते हो। उन्होंने पास रह के संत जगदेव सिंह जी ने सेवा ते सिमरन नाल अपने जीवन को किरदार्थ किया। सो महाराज जी का ते बाबा जगदेव सिंह जी का इस दिन को समर्पित सत्संगत का मेला, इतने महापुरखों के दर्शन दिदारे और गुरु महाराज की बाणी का जस कीर्तन असी सारे संगत सरवण करके किरतार्थ ते निहाल हो रहे हाँ। इस तो होर भागां वाला समा केड़ा हो सकता है। गुरु साहब जी कृपा करन कि जिन्ने बचन सुने हुए
ਮਹਾਂਪੁਰਖਾਂ ਦੀ ਕਮਾਈ ਵਾਲੇ ਬਚਨ ਇਹਨਾਂ ਨੂੰ ਅਸੀਂ ਸੁਣ ਕੇ ਹਿਰਦੇ ਵਿੱਚ ਵਸਾਈਏ ਤੇ ਆਪਣੇ ਜੀਵਨ ਨੂੰ ਕਿਰਤਾਰਥ ਕਰੀਏ, ਸਿਮਰਨ ਸੇਵਾ ਵਿੱਚ ਜੁੜ ਕੇ ਜੀਵਨ ਦਾ ਲਾਹਾ ਲਈਏ। ਧੰਨਤਾ ਦੇ ਯੋਗ ਹਨ ਬਾਬਾ ਮੱਖਣ ਸਿੰਘ ਜੀ, ਬਾਬਾ ਬਲਵੀਰ ਸਿੰਘ ਜੀ, ਬੜੇ ਸੁਚੱਜੇ ਪ੍ਰਬੰਧ ਸੁਚੱਜੇ ਢੰਗ ਨਾਲ ਸਮਾਗਮਾਂ ਨੂੰ ਉਲੀਕਦੇ ਨੇ, ਮਹਾਂਪੁਰਖਾਂ ਨੂੰ ਸੰਦੇਸ਼ੇ ਭੇਜਦੇ ਨੇ। ਆਪ ਸਾਰੀ ਸੰਗਤ ਆਨੰਦ ਮਾਣਦੇ ਹੋ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਬਖਸ਼ਿਸ਼, ਤਾਂ ਕਿ ਇਤਨੇ ਸਤਿਪੁਰਖਾਂ ਦੇ ਦਰਸ਼ਨ ਦਿਦਾਰੇ ਹੋ ਕੇ ਜਿਨ੍ਹਾਂ ਦੇ ਦਰਸ਼ਨਾਂ ਨਾਲ ਸਾਨੂੰ ਕੁਝ ਕਰਨ ਦੀ ਨਹੀਂ ਲੋੜ, ਦਰਸ਼ਨ ਦੇਖਤ ਨਿਹਾਲ ਹੋ ਜਾਣ ਵਾਲੀ ਗੱਲ ਹੈ। ਸੋ ਐਡੀਆਂ ਬਖਸ਼ੀਆਂ ਹੋਈਆਂ ਰੂਹਾਂ ਦੇ ਦਰਸ਼ਨ ਗੁਰੂ ਸਾਹਿਬ ਦੀ ਬਖਸ਼ਿਸ਼ ਕਰੋ। ਸੋ ਆਪ ਸੰਗਤ ਸਾਰੀ ਕਿਰਤਾਰਥ ਹੋਏ ਹੋ। ਮੈਂ ਧੰਨਵਾਦ ਦਿੰਦਾ ਹਾਂ ਪ੍ਰਬੰਧਕ ਸੱਜਣਾ ਦਾ ਕਿ ਜਿਨ੍ਹਾਂ ਨੇ ਇਤਨੀਆਂ ਸੇਵਾਵਾਂ ਦਾ ਕੁੰਭ ਲਗਾਇਆ ਹੈ। ਗੁਰੂ ਸਾਹਿਬ ਦੀ ਕਿਰਪਾ ਕਰਨ। ਮੇਰੇ ਤੋਂ ਬਾਅਦ ਆਪ ਜੀ ਮਹਾਨ ਤਪਸਵੀ वेदांताचार्य श्रीमंत साहब जी महाराज पासों पावन पवित्र बचन श्रवण करोगे। वाहिगुरू जी का खालसा, वाहिगुरू जी की।